ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰ ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੇ, ਨਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦਾਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੁਰ ਕਰੁਣਾ ਅਸਵਾਰੀ ਪਾਏ। ਉੱਚਤਾ ਸਿੱਖੀ ਪਰ ਚੜ੍ਹ ਜਾਏ। ਹੋਏ ਮਨੋਰਥ ਪੂਰਨ ਮੇਰਾ। ਗੁਰਪਦ ਸੇਵਾਂ ਸਾਂਝ ਸਵੇਰਾ। ਗੁਰ ਕਰੁਣਾ ਅਸਵਾਰੀ ਪਾਏ। ਉੱਚਤਾ ਸਿੱਖੀ ਪਰ ਚੜ੍ਹ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਹਲਤ ਪਲਤ ਕੇ ਰੱਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ।
ਵਡ ਭਾਗੇ ਹੋ ਆਪ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਲੜੀਵਾਰ ਕਥਾ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਪਹਿਲਾ ਅਧਿਆਇ ਚੱਲ ਰਿਹਾ ਹੈ, ਜਿਹਦੇ ਵਿੱਚ ਕਵੀ ਰਾਜ ਚੂੜਾਮਣੀ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਸਤਿਗੁਰੂ ਮਹਾਰਾਜ ਜੀ ਦਾ, ਅਕਾਲ ਪੁਰਖ ਦਾ, ਜਿੰਨੇ ਵੀ ਸੰਤ ਮਹਾਂਪੁਰਖ ਦੇਵਤੇ ਹੋਏ, ਬ੍ਰਹਮ ਗਿਆਨੀ ਆਦਿਕ ਹੋਏ, ਉਹਨਾਂ ਦਾ ਮੰਗਲ ਕਰਨਾ ਕੀਤਾ, ਉਹਨਾਂ ਦਾ ਜਸ ਕਰਨਾ ਕੀਤਾ। ਹੁਣ ਪਿਆਰਿਓ, ਕਵੀ ਰਾਜ ਜੀ ਆਪਣੀ ਅਸਮਰਥਤਾ ਜਿਹੜੀ ਹੈ ਉਹ ਦੱਸਦੇ ਹਨ। ਤੇ ਜਦੋਂ ਬੰਦਾ ਅਸਮਰਥ ਹੋ ਜਾਵੇ, ਕੋਈ ਆਪਾਂ ਕੰਮ ਕਰਨਾ ਚਾਹੁੰਦੇ ਆ, ਉਹ ਕੰਮ ਜੇ ਸਾਡੇ ਤੋਂ ਨਾ ਹੋਵੇ, ਜੇ ਨਹੀਂ ਹੋ ਸਕਦਾ, ਤੇ ਅਸਮਰਥਤਾ ਦੇ ਵਿੱਚ ਬੰਦਾ ਕੀ ਕਰਦਾ, ਕੋਈ ਉਪਾਅ ਲੱਭਦਾ ਹੈ ਕਿ ਮੈਂ ਕੀ ਉਪਾਅ ਕਰਨਾ ਕਰਾਂ। ਕੋਈ ਵਧੀਆ ਉਹ ਉਪਾਅ ਕਰੇ ਤਾਂ ਉਹ ਕਾਰਜ ਉਹਦਾ ਪੂਰਾ ਹੋ ਸਕਦਾ। ਇਸ ਤਰ੍ਹਾਂ ਹੀ ਕਵੀ ਰਾਜ ਜੀ ਨੇ, ਜਿਸ ਤਰ੍ਹਾਂ ਆਪ ਜੀਆਂ ਨੇ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕੀਤਾ ਸੀ, ਕਵੀ ਰਾਜ ਜੀ ਨੇ ਬਚਨ ਕੀਤਾ, ਇੱਕ ਅਲੰਕਾਰ ਦੇ ਰੂਪ ਦੇ ਵਿੱਚ ਆਪਣੀ ਅਸਮਰਥਤਾ ਤੇ ਹੁਣ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰੂਪੀ ਉਪਾਅ ਕਿਸ ਤਰ੍ਹਾਂ ਬਣ ਕੇ ਆਉਂਦਾ ਹੈ। ਕਹਿੰਦੇ ਹਨ ਕਿ ਜਿਸ ਤਰ੍ਹਾਂ ਕਿ ਮੇਰੇ ਮਨ ਦੇ ਵਿੱਚ, ਕਵੀ ਰਾਜ ਜੀ ਦੱਸਦੇ ਕਿ ਮੇਰੇ ਮਨ ਦੇ ਵਿੱਚ ਇਹ ਭਾਵ ਹੈ ਕਿ ਸਤਿਗੁਰੂ ਮਹਾਰਾਜ ਜੀ ਦਾ ਇਤਿਹਾਸ ਜੋ ਵੱਖ-ਵੱਖ ਪੋਥੀਆਂ ਦੇ ਵਿੱਚ, ਗ੍ਰੰਥਾਂ ਦੇ ਵਿੱਚ ਹੈ, ਜੋ ਸਿਰਫ ਟੂਕ ਮਾਤਰ, ਸੰਖੇਪ ਮਾਤਰ ਹੈ, ਮੈਂ ਉਹਨੂੰ ਵਧੀਆ ਉਹਦਾ ਉਚਾਰਨ ਕਰਕੇ ਤੇ ਇਹ ਮੋਤੀਆਂ ਦੀ ਮਾਲਾ ਜਿਹੜੀ ਹੈ ਮੈਂ ਪੁਰੋ ਕਰਕੇ ਰੱਖ ਦਵਾਂ, ਇੱਕ ਗ੍ਰੰਥ ਬਣਾਵਾ। ਤੇ ਕਹਿੰਦੇ ਹਨ ਕਿ ਇਹ ਮੋਤੀ ਜਿਹੜਾ ਹੈ ਐਨ ਸ਼ਿਖਰ ਦੇ ਉੱਤੇ ਹੈ, ਪਰਬਤ ਜਿਹੜਾ ਪਹਾੜ ਦੇ ਸ਼ਿਖਰ ਦੇ ਉੱਤੇ ਇਹ ਮੋਤੀਆਂ ਪਏ ਹੋਏ ਹਨ। ਤੇ ਮੈਂ ਪੈਰਾਂ ਤੋਂ ਲੰਗੜਾ ਹਾਂ, ਮੇਰੇ ਪੈਰ ਕੰਮ ਨਹੀਂ ਕਰਦੇ ਹਨ, ਮੈਂ ਅਸਮਰਥ ਹਾਂ। ਮਨ ਦੇ ਵਿੱਚ ਤਾਂ ਚਾਹ ਬਹੁਤ ਜ਼ਿਆਦਾ ਹੈ ਕਿ ਭਾਈ ਮੈਂ ਚੜ ਜਾਵਾਂ ਪਹਾੜ ਦੇ ਉੱਤੇ ਤੇ ਆ ਮੋਤੀਆਂ ਨੂੰ ਲੈ ਕਰਕੇ, ਭਾਵ ਕਿ ਮਹਾਰਾਜ ਜੀ ਦਾ ਇਤਿਹਾਸ ਇਕੱਤਰ ਕਰਕੇ ਮੈਂ ਇਹ ਕਥਾ ਦਾ ਗ੍ਰੰਥ ਲਿਖਣਾ ਕਰਾਂ। ਕਾਰਜ ਤਾਂ ਬਹੁਤ ਵੱਡਾ ਹੈ, ਲੇਕਿਨ ਇਹ ਮੇਰੇ ਤੋਂ ਨਹੀਂ ਹੋਣਾ। ਹਾਂ, ਜੇ ਮੈਂ ਉਪਾਅ ਕਰਦਾ ਹਾਂ, ਮਹਾਰਾਜ ਜੀ ਦੀ ਜੇ ਮੇਰੇ ਤੋਂ ਕਿਰਪਾ ਹੁੰਦੀ ਹੈ ਮੇਰੇ ਉੱਤੇ, ਤਾਂ ਜਾ ਕਰਕੇ ਇਹ ਕਾਰਜ ਜਿਹੜਾ ਇਹ ਰਾਸ ਹੋ ਸਕਦਾ। ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਵੀ ਕਿਹਾ ਨਾ, ਕੋਈ ਵੀ ਕੰਮ ਕਰਨਾ ਨਾ ਭਾਈ ਜਨ ਬਣ ਕਰਕੇ, ਸੇਵਕ ਬਣ ਕਰਕੇ। ਜਦੋਂ ਆਪਾਂ ਅਰਦਾਸ ਕਰਦੇ ਆਂ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਕਿ ਫਿਰ ਉਹ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਆਪਣੇ ਸਿੱਖ ਦੀ ਰਾਖੀ ਕਰਦੇ ਹਨ, ਉਹਦਾ ਕਾਰਜ ਸਤਿਗੁਰੂ ਮਹਾਰਾਜ ਜੀ ਰਾਸ ਕਰ ਦਿੰਦੇ। ਹੁਣ ਆਪਣੀ ਅਸਮਰਥਤਾ ਤੇ ਉਪਾਅ ਕੀ ਕਰਨਾ ਚਾਹੀਦਾ, ਮਹਾਰਾਜ ਜੀ ਦੀ ਕਿਰਪਾ ਕਿਸ ਤਰ੍ਹਾਂ ਵਰਤਦੀ ਹੈ, ਇਸ ਸੰਬੰਧ ਦੇ ਵਿੱਚ ਇਹਨਾਂ ਨੇ, ਕਵੀ ਰਾਜ ਜੀ ਨੇ ਮੰਗਲ ਕਰਨਾ ਕੀਤਾ। ਆਓ ਪਿਆਰਿਓ, ਉਹ ਆਉਣ ਵਾਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਗੁਰ ਕਰੁਣਾ ਅਸਵਾਰੀ ਪਾਏ। ਕਵੀ ਰਾਜ ਜੀ ਨੇ ਬਚਨ ਕਰਨਾ ਕੀਤਾ ਆਪਣੀ ਅਸਮਰਥਤਾ। ਕੱਲ ਦੇ ਦੀਵਾਨਾਂ ਦੇ ਵਿੱਚ ਜਦੋਂ ਆਪਾਂ ਨੇ ਉਹ ਮੰਗਲ ਸਰਵਣ ਕੀਤਾ ਸੀ, ਸ੍ਰੀ ਗੁਰ ਸੁਜਸ ਰੁਚਿਰ ਮਨ ਮਾਨਕ ਸਿੱਖੀ ਉਚਤਾ ਗਿਰਵਰ ਥਾਨਿਕ ਸਾਧਨ ਰੂਪ ਚਰ ਨਹਿ ਮੇਰੇ ਆਹੋ ਪਿੰਗ ਕਿਮ ਚੜ੍ਹਤ ਉਤੇਰੇ। ਭਾਵ ਕੇ ਕੋਈ ਪਿੰਗਲਾ ਬੰਦਾ, ਲੰਗੜਾ ਬੰਦਾ, ਉਹ ਪਹਾੜ ਦੇ ਉੱਤੇ ਚੜ ਨਹੀਂ ਸਕਦਾ। ਇਸ ਤਰ੍ਹਾਂ ਹੀ ਆ ਸਿੱਖੀ ਰੂਪੀ ਬਹੁਤ ਵੱਡਾ ਪਹਾੜ ਹੈ,
ਉਹਦੇ ਉੱਤੇ ਇਹ ਇਤਿਹਾਸ ਰੂਪੀ ਮਾਣਕ ਜਿਹੜੇ ਰੱਖੇ ਹੋਏ ਹਨ। ਮੈਂ ਪੈਰਾਂ ਤੋਂ ਲੰਗੜਾ ਹਾਂ, ਸਾਧਨ ਰੂਪੀ ਚਰਨ ਮੇਰੇ ਕੋਲ ਨਹੀਂ ਹੈ। ਮਨ ਦੇ ਵਿੱਚ ਤਾਂ ਬਹੁਤ ਜ਼ਿਆਦੀ ਭਾਵਨਾ ਹੈ ਮੈਂ ਇਹ ਇਤਿਹਾਸ ਨੂੰ ਲੈ ਕਰਕੇ ਆ ਇਤਿਹਾਸ ਦਾ ਗ੍ਰੰਥ ਬਣਾਵਾਂ, ਲੇਕਿਨ ਆਪਣੀ ਅਸਮਰਥਤਾ ਦੱਸਦੇ ਹਨ। ਹੁਣ ਉਪਾਅ ਦੱਸਦੇ, ਗੁਰ ਕਰੁਣਾ ਅਸਵਾਰੀ ਪਾਏ। ਸਤਿਗੁਰੂ ਮਹਾਰਾਜ ਜੀ ਦੀ ਕਰੁਣਾ ਰੂਪੀ ਜਦੋਂ ਅਸਵਾਰੀ ਦੀ ਮੈਨੂੰ ਪ੍ਰਾਪਤੀ ਹੋ ਗਈ ਤਾਂ ਉੱਚਤਾ ਸਿੱਖੀ ਪਰ ਚੜ ਜਾਏ। ਮੇਰੇ ਵਿੱਚ ਤਾਂ ਕੋਈ ਸਮਰਥਤਾ ਨਹੀਂ ਹੈ, ਮੈਂ ਤਾਂ ਪੈਰਾਂ ਤੋਂ ਲੰਗੜਾ ਹਾਂ। ਲੰਗੜਾ ਬੰਦਾ ਪਿਆਰਿਓ ਜੋ ਜਿਹਦੇ ਕੋਲ ਪੈਰ ਹੀ ਨਾ ਹੋਵੇ ਤੇ ਉਹ ਫਿਰ ਕਦੇ ਵੀ ਪਰਬਤ ਦੇ ਉੱਤੇ ਨਹੀਂ ਚੜ ਸਕਦਾ, ਪਹਾੜਾਂ ਦੇ ਉੱਤੇ ਚੜ ਕੇ ਨਹੀਂ ਜਾ ਸਕਦਾ ਹੈ। ਲੇਕਿਨ ਉਹਨੂੰ ਕੋਈ ਅਸਵਾਰੀ ਪ੍ਰਾਪਤ ਹੋ ਜਾਵੇ, ਕੋਈ ਮੋਟਰ ਗੱਡੀ ਮਿਲ ਜਾਵੇ ਜਾਂ ਕੋਈ ਖੱਚਰ ਘੋੜਾ ਆਦਿਕ ਮਿਲ ਜਾਵੇ, ਉਹਦੇ ਉੱਤੇ ਲੰਗੜੇ ਬੰਦੇ ਨੂੰ ਬਿਠਾ ਦਿਓ ਜਾਂ ਕੋਈ ਖਾਸੇ ਦੇ ਉੱਤੇ ਪਾਲਕੀ ਦੇ ਉੱਤੇ ਬਿਠਾ ਦਿਓ। ਉਹ ਲੰਗੜੇ ਬੰਦੇ ਵੀ ਪਿਆਰਿਓ ਪਹਾੜਾਂ ਦੇ ਉੱਤੇ ਚੜ ਜਾਂਦੇ ਹਨ। ਆਪਾਂ ਵੇਖਦੇ ਹਾਂ ਜਦੋਂ ਆਪਾਂ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਵਾਸਤੇ ਜਾਂਦੇ ਤੇ ਕਈ ਜਿਹੜੇ ਹਨ ਪਿਆਰਿਓ ਪੈਰਾਂ ਤੋਂ ਅਸਮਰਥ ਹਨ ਜਾਂ ਜਿਹੜੇ ਤਗੜੇ ਭਾਰੇ ਹੁੰਦੇ ਹਨ, ਜਿਹੜੇ ਪਹਾੜ ਤੇ ਚੜ ਨਹੀਂ ਸਕਦੇ, ਉਹ ਫਿਰ ਪਿਆਰਿਓ ਕੋਈ ਖੱਚਰ ਦੇ ਉੱਤੇ ਚੜ ਜਾਂਦਾ ਜਾਂ ਕੋਈ ਪਾਲਕੀ ਦੇ ਉੱਤੇ ਚੜ ਜਾਂਦਾ ਤੇ ਕੋਈ ਜਿਹੜੇ ਖਾਸਿਆਂ ਦੇ ਉੱਤੇ। ਇਸ ਤਰ੍ਹਾਂ ਫਿਰ ਇਹ ਉਦਮ ਕਰਦੇ ਹਨ ਇਹ ਅਸਵਾਰੀ ਜੇ ਪ੍ਰਾਪਤ ਹੋ ਜਾਵੇ ਤੇ ਉਹ ਬੰਦਾ ਜਿਹੜਾ ਹੈ ਉਹ ਤਾਂ ਚੜ ਸਕਦਾ ਹੈ। ਇਸ ਤਰ੍ਹਾਂ ਹੀ ਮਹਾਰਾਜ ਜੀ ਦੀ ਕਿਰਪਾ ਰੂਪੀ ਅਸਵਾਰੀ ਜੇ ਮੈਨੂੰ ਪ੍ਰਾਪਤ ਹੋ ਗਈ ਤਾਂ ਮੈਂ ਸਿੱਖੀ ਦੇ ਸ਼ਿਖਰ ਦੇ ਉੱਤੇ ਪਹੁੰਚ ਸਕਦਾ ਹਾਂ। ਹੋਏ ਮਨੋਰਥ ਪੂਰਨ ਮੇਰਾ, ਤਾਂ ਜਾ ਕਰਕੇ ਇਹ ਗ੍ਰੰਥ ਲਿਖਣ ਦਾ ਮੇਰਾ ਮਨੋਰਥ ਜਿਹੜਾ ਇਹ ਪੂਰਾ ਹੋਵੇਗਾ। ਗੁਰਪਦ ਸੇਵਾ ਸਾਂਝ ਸਵੇਰਾ, ਕਹਿੰਦੇ ਹਨ ਕਿ ਇਹ ਮੇਰੀ ਭਾਵਨਾ ਹੈ ਮੈਂ ਦਿਨ ਰਾਤ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨਾ ਕਰਾਂ। ਦਿਨ ਰਾਤ ਮੈਂ ਸਤਿਗੁਰੂ ਮਹਾਰਾਜ ਜੀ ਦੇ ਮਹਾਰਾਜ ਜੀ ਨੇ ਕਿਹਾ ਨਾ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਪਾਇਓ ਦਰਸ਼ਨ ਦੇਖੇ। ਬਹੁਤ ਜਨਮ ਬਤੀਤ ਹੋ ਗਏ, ਮੈਂ ਆਪਣਾ ਇਹ ਜ਼ਿੰਦਗੀ ਜਿਹੜੀ ਹੈ ਆਪਣਾ ਜੀਵਨ ਮੈਂ ਗੁਰੂ ਘਰ ਦੇ ਉੱਤੇ ਸਮਰਪਿਤ ਕਰਕੇ ਲੈਂਦਾ ਹਾਂ। ਇਸ ਤਰ੍ਹਾਂ ਮੈਂ ਦਿਨ ਰਾਤ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਨਾ ਕਰਾਂ। ਜਾਂ ਤੇ ਇਹ ਭਰੋਸਾ ਮੋਹੀ, ਇਸ ਕਰਕੇ ਭਾਈ ਮੇਰੇ ਅੰਦਰ ਤਾਂ ਕੋਈ ਸ਼ਕਤੀ ਨਹੀਂ ਹੈ, ਕੋਈ ਸਮਰਥਤਾ ਨਹੀਂ ਹੈ, ਲੇਕਿਨ ਮੈਨੂੰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਉੱਤੇ ਪੂਰਨ ਵਿਸ਼ਵਾਸ ਹੈ, ਭਰੋਸਾ ਹੈ। ਜੇ ਸਤਿਗੁਰੂ ਮਹਾਰਾਜ ਮੇਰੇ ਨਾਲ ਹੋਣ ਤਾਂ ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਾਰਵ ਕੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਆਨਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ, ਜੋ ਗੁਰੂ ਨਿਸ ਦਿਨ ਜਪੈ ਦਾਸ ਪਟ ਬੇਨਤ ਕਹੈ, ਜੋ ਗੁਰ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹਥੇ ਰਹੈ। ਜੇ ਸਤਿਗੁਰੂ ਮਹਾਰਾਜ ਜਾਮ ਹੋਣ, ਮਹਾਰਾਜ ਜੀ ਦੀ ਜਾਮਨ ਪ੍ਰਾਪਤ ਹੋ ਜਾਵੇ, ਭਾਵ ਕਿ ਸਤਿਗੁਰੂ ਮਹਾਰਾਜ ਜੇ ਸਾਡੇ ਅੰਗ ਸੰਗ ਹਨ ਤਾਂ ਘਾਟਾ ਨਹੀਂ ਹੁੰਦਾ। ਜੇ ਗੁਰੂ ਨਾਲ ਹੋਵੇ ਤੇ ਲੱਖ ਬਾਵਾਂ ਪਿਆਰਿਓ ਦੁਸ਼ਮਣ ਦੇ ਤੌਰ ਤੇ ਆ ਜਾਣ ਤਾਂ ਵੀ ਉਹਨਾਂ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੀ ਹੈ। ਇਸ ਕਰਕੇ ਕਬੀਰਾਜ ਜੀ ਕਹਿੰਦੇ ਮੈਨੂੰ ਮੇਰੇ ਉੱਤੇ ਤਾਂ ਵਿਸ਼ਵਾਸ ਨਹੀਂ ਹੈ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਕਰੁਣਾ ਦੇ ਉੱਤੇ ਪੂਰਨ ਭਰੋਸਾ ਹੈ, ਵਿਸ਼ਵਾਸ ਹੈ। ਗ੍ਰੰਥ ਸੰਪੂਰਨ ਸਗਰੋ ਹੋਹੀ, ਕਿਉਂਕਿ ਆ ਛੋਟਾ ਮੋਟਾ ਗ੍ਰੰਥ ਨਹੀਂ ਹੈ, ਇੰਨਾ ਵੱਡਾ ਗ੍ਰੰਥ ਹੈ। ਮੈਨੂੰ ਮਹਾਰਾਜ ਜੀ ਦੀ ਕਿਰਪਾ ਦੇ ਉੱਤੇ ਭਰੋਸਾ, ਜੇ ਸਤਿਗੁਰਾਂ ਦੀ ਕਿਰਪਾ ਹੋਵੇਗੀ ਤੇ ਇਹ ਗ੍ਰੰਥ ਜਿਹਦੀ ਮੈਂ ਆਰੰਭਤਾ ਕਰ ਰਿਹਾ ਹਾਂ ਇਹ ਸੰਪੂਰਨ ਹੋ ਜਾਵੇਗਾ। ਤੁਰਕਨ ਰਾਜ ਤੇਜ ਬਣਦਾ ਵਾ, ਨਾਲ ਪਿਆਰਿਓ ਰਾਜ ਜਿਹੜਾ ਸੀ ਨਾ ਤੁਰਕਾਂ ਦਾ ਰਾਜ ਸੀ। ਤੁਰਕਾਂ ਨੇ ਕੀ ਕਰਨਾ ਕੀਤਾ ਆਪਣੇ ਰਾਜ ਦੇ ਵਿੱਚ, ਮੁਗਲਾਂ ਦਾ ਜਦੋਂ ਰਾਜ ਸੀ, ਤੁਰਕਾਂ ਦਾ ਰਾਜ, ਇਹਨਾਂ ਨੇ ਪਿਆਰਿਓ ਸਿਰਫ ਆਪਣਾ ਧਰਮ ਇਸਲਾਮ ਦਾ ਪ੍ਰਚਾਰ ਕੀਤਾ ਤੇ ਫਿਰ ਦੂਜੇ ਧਰਮ ਵਾਲੇ ਲੋਕ ਜਿਹੜੇ ਹਨ ਉਹਨਾਂ ਦੀ ਬਹੁਤ ਜ਼ਿਆਦੀ ਬੇਪੱਤੀ ਕਰਨੀ ਕੀਤੀ ਹੈ, ਜ਼ਬਰੀ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਕਨਵਰਟ ਕਰਨਾ ਕੀਤਾ। ਤੇ ਦੂਜਿਆਂ ਦੇ ਜੋ ਧਾਰਮਿਕ ਅਸਥਾਨ ਸਨ, ਜਿਸ ਤਰ੍ਹਾਂ ਕਿ ਦਿਵਾਲਿਆ, ਸ਼ਿਵਾਲਿਆ, ਹਿੰਦੂਆਂ ਦੇ ਜੋ ਪੁਰਾਤਨ ਮੰਦਰ ਸਨ, ਉਹਨਾਂ ਨੂੰ ਪਿਆਰਿਓ ਇਹਨਾਂ ਨੇ ਢਹਾ ਦਿੱਤਾ।
ਤੇ ਮੰਦਰਾਂ ਨੂੰ ਢਾ ਦਿੱਤਾ। ਜਿੰਨੇ ਵੀ ਇਹਨਾਂ ਨੂੰ ਸ਼ਾਸਤਰ ਪ੍ਰਾਪਤ ਹੁੰਦੇ ਸੀ, ਪੁਰਾਤਨ ਸ਼ਾਸਤਰ, ਉਹ ਸ਼ਾਸਤਰਾਂ ਨੂੰ ਲੈ ਲੈ ਕਰਕੇ ਇਹਨਾਂ ਨੇ ਸਾੜ ਦੇਣਾ ਕੀਤਾ। ਬਹੁਤ ਬਹੁਤ ਵੱਡੀਆਂ ਤੋਂ ਵੱਡੀਆਂ ਲਾਇਬ੍ਰੇਰੀਆਂ ਸਨ ਉਸ ਵੇਲੇ। ਆਪਾਂ ਬਿਹਾਰ ਦੇ ਵਿੱਚ ਨਾਲੰਦਾ ਕਰਕੇ ਇੱਕ ਇਲਾਕਾ ਵੱਜਦਾ, ਤੇ ਉੱਥੇ ਪਿਆਰਿਓ ਬੌਧ ਮਤ ਦਾ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਲਾਇਬ੍ਰੇਰੀ ਸੀ ਇੱਕ ਜ਼ਮਾਨੇ ਦੇ ਵਿੱਚ। ਕਈ ਹਜ਼ਾਰ ਸਾਲ ਪੁਰਾਣੇ ਉਹਨਾਂ ਦੇ ਵਿੱਚ ਗ੍ਰੰਥ ਪਏ ਹੋਏ ਸਨ। ਤੇ ਨਾਲੰਦਾ ਦੇ ਵਿੱਚ ਜਦੋਂ ਇਹਨਾਂ ਨੇ ਤੁਰਕਾਂ ਨੇ ਹੱਲਾ ਕਰਨਾ ਕੀਤਾ, ਇਹਨਾਂ ਨੂੰ ਪਤਾ ਚੱਲਿਆ ਕਿ ਇੱਥੇ ਬੇਸ਼ਕੀਮਤੀ ਪੁਰਾਤਨ ਗ੍ਰੰਥ ਹਨ, ਹਿੰਦੂ ਮਤ ਦਾ, ਬੌਧ ਮਤ ਦਾ ਤੇ ਜੈਨ ਮਤ ਦਾ। ਤੇ ਇਹਨਾਂ ਦੇ ਜਿਹੜੇ ਹਨ ਧਰਮ ਗ੍ਰੰਥ ਹਨ, ਦੁਰਲਭ ਤੋਂ ਦੁਰਲਭ ਕਿਤਾਬਾਂ ਹਨ। ਤੇ ਉਸ ਵੇਲੇ ਪਿਆਰਿਓ ਉੱਥੇ ਹੱਲਾ ਕਰਕੇ ਨਾਲੰਦਾ ਦੀਆਂ ਸਾਰੀਆਂ ਕਿਤਾਬਾਂ ਇਹਨਾਂ ਨੇ ਸਾੜ ਦਿੱਤੀਆਂ। ਤੇ ਕਹਿੰਦੇ ਸਾੜ ਕਰਕੇ ਉਹਦੇ ਉੱਤੇ ਪ੍ਰਸ਼ਾਦਾ ਤਿਆਰ ਕੀਤਾ, ਪਾਣੀ ਗਰਮ ਕੀਤਾ। ਕਈ ਦਿਨ ਪਿਆਰਿਓ ਇੰਨੀ ਵੱਡੀ ਫੌਜ ਲੈ ਕਰਕੇ ਗਿਆ ਸੀ ਮੁਹੰਮਦ ਗੋਰੀ, ਤੇ ਉਹਨੇ ਕਿਤਾਬਾਂ ਸਾੜ ਕਰਕੇ ਪ੍ਰਸ਼ਾਦਾ ਆਪਣੀ ਪੂਰੀ ਫੌਜ ਦਾ ਤਿਆਰ ਕਰਨਾ ਕੀਤਾ। ਫਿਰ ਵੀ ਕਈ ਦਿਨ ਲਗਾਤਾਰ ਕਿਤਾਬਾਂ ਜਲਦੀਆਂ ਰਹੀਆਂ, ਤੇ ਕਿਤਾਬਾਂ ਫਿਰ ਬਾਅਦ ਦੇ ਵਿੱਚ ਜਾ ਕਰਕੇ ਖਤਮ ਹੋਈਆਂ। ਕਹਿਣ ਦਾ ਭਾਵ ਕਿੰਨਾ ਵੱਡਾ ਖਜ਼ਾਨਾ ਸੀ। ਇਹ ਇਹੀ ਕਰਦੇ ਸਨ, ਕਿਉਂਕਿ ਧਰਮ ਦਾ ਦਾਸ ਨੇ ਪਹਿਲਾਂ ਵੀ ਕਿਹਾ ਸੀ, ਧਰਮ ਦੇ ਜ਼ਿਆਦਾਤਰ ਮਜ਼ਬੂਤ ਦੋ ਆਧਾਰ ਹਨ, ਇੱਕ ਧਰਮ ਗ੍ਰੰਥ ਹੈ ਤੇ ਦੂਜਾ ਧਰਮ ਅਸਥਾਨ ਹੈ। ਕਿਸੇ ਵੀ ਧਰਮ ਗ੍ਰੰਥ ਤੁਸੀਂ ਖਤਮ ਕਰ ਦਿਓ, ਧਰਮ ਅਸਥਾਨ ਖਤਮ ਕਰ ਦਿਓ, ਉਹ ਧਰਮ ਦਾ ਬੇਸਮੈਂਟ ਹੀ ਜਿਹੜਾ ਖਤਮ ਹੋ ਜਾਵੇਗਾ। ਇਸ ਤਰ੍ਹਾਂ ਹੀ ਪਿਆਰਿਓ ਇਹਨਾਂ ਨੇ ਤੁਰਕਾਂ ਨੇ ਕੀ ਕਰਨਾ ਕੀਤਾ ਕਿ ਮੰਦਰਾਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਨੇ ਪਿਆਰਿਓ ਉਹਦੇ ਜੀਵਨੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਲਿਖਿਆ, ਤਕਰੀਬਨ ਪਿਆਰਿਓ 1100 ਦੇ ਕਰੀਬ ਵੱਡੇ ਵੱਡੇ ਹਿੰਦੂਆਂ ਦੇ ਮੰਦਰ ਉਹਨੇ ਢਾਉਣੇ ਕੀਤੇ। ਵੱਡੇ ਵੱਡੇ ਜੋ ਪੁਰਾਤਨ ਮੰਦਰ ਸਨ ਉਹਨੂੰ ਢਹਿ ਕਰ ਦਿੱਤਾ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਸਨ, ਧਾਰਮਿਕ ਗ੍ਰੰਥ ਸਨ। ਉਹਨੂੰ ਫਿਰ ਜਦੋਂ ਵੀ ਪਤਾ ਲੱਗਦਾ ਕਿ ਭਾਈ ਇਹਨਾਂ ਦੇ ਕੋਲ ਕੋਈ ਧਰਮ ਗ੍ਰੰਥ ਹੈ, ਕਿਉਂਕਿ ਧਰਮ ਨੂੰ, ਹਿੰਦੂ ਧਰਮ ਨੂੰ, ਦੂਜੇ ਧਰਮਾਂ ਨੂੰ ਖਤਮ ਕਰਨਾ ਚਾਹੁੰਦਾ ਸੀ। ਜੇ ਧਰਮ ਗ੍ਰੰਥ ਖਤਮ ਹੋ ਜਾਵੇ, ਧਰਮ ਅਸਥਾਨ ਖਤਮ ਹੋ ਜਾਵੇ, ਤੇ ਉਹ ਧਰਮ ਜ਼ਿਆਦਾ ਚਿਰ ਨਹੀਂ ਟਿਕ ਸਕਦਾ। ਇਸ ਕਰਕੇ ਇਹਨੇ ਹੱਲਾ ਹੀ ਧਰਮ ਗ੍ਰੰਥਾਂ ਦੇ ਉੱਤੇ ਕਰਨਾ ਕੀਤਾ। ਇਸ ਕਰਕੇ ਕਵੀ ਰਾਜੀ ਇੱਥੇ ਦੱਸਦੇ ਹਨ ਕਿ ਤੁਰਕਾਂ ਦਾ ਰਾਜ ਹੈ ਭਾਈ, ਇਹਨਾਂ ਨੇ ਤਾਂ ਜ਼ਬਰੀ ਕਰਨਾ ਕੀਤਾ। ਤੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਨੇ ਫਿਰ ਇਹ ਵੀ ਐਲਾਨ ਕਰ ਦਿੱਤਾ ਕਿ ਇਸਲਾਮ ਦੇ ਪ੍ਰਚਾਰ ਵਾਸਤੇ ਜਿੰਨੇ ਮਰਜ਼ੀ ਤੁਸੀਂ ਧਰਮ ਗ੍ਰੰਥ ਲਿਖ ਸਕਦੇ ਹੋ, ਕਿਤਾਬਾਂ ਲਿਖ ਸਕਦੇ ਹੋ, ਲੇਕਿਨ ਆਪਣੀ ਮਤ ਦੀ ਕੋਈ ਵੀ ਕਿਤਾਬ, ਕੋਈ ਵੀ ਗ੍ਰੰਥ ਤੁਸੀਂ ਨਹੀਂ ਲਿਖ ਸਕਦੇ। ਇੰਨੀ ਜ਼ਿਆਦਾ ਇਹਨਾਂ ਨੇ ਪਾਬੰਦੀ ਲਾ ਦਿੱਤੀ ਸੀ। ਮਹਾਰਾਜ ਜੀ ਨੇ ਫਿਰ ਇਹ ਬੇਨਤੀ ਕਰਦੇ, ਮਹਾਰਾਜ ਤੁਰਕਾਂ ਦਾ ਰਾਜ ਹੈ, ਕਿਰਪਾ ਕਰੋ ਇੱਕ ਵਾਰੀ ਇਹਨਾਂ ਦੀ ਸਫਾ ਜਿਹੜੀ ਹੈ ਆਪ ਜੀ ਚੱਕ ਦੇਣਾ ਕਰੋ। ਜਾਂ ਇਹਦਾ ਅਰਥ ਜਿਹੜਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਇਸ਼ਾਰਾ ਕੀਤਾ ਕਵੀ ਰਾਜ ਜੀ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਨੇ ਤੁਰਕਾਂ ਦੀ ਜੜ ਜਿਹੜੀ ਆ ਪੁੱਟ ਦਿੱਤੀ ਹੈ ਇੱਕ ਵਾਰੀ ਹੀ। ਸ਼੍ਰੀ ਨਾਨਕ ਨਰ ਤਾਰਨ ਹੇਤ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਮਨੁੱਖਾਂ ਨੂੰ ਤਾਰਨ ਵਾਸਤੇ ਸਿੱਖੀ ਬੇਲ ਬੋਈ ਜਗ ਖੇਤ, ਤੇ ਜਗਤ ਦਾ ਖੇਤ। ਫਿਰ ਪਿਆਰਿਓ ਇੱਥੇ ਇੱਕ ਅਲੰਕਾਰ ਜਿਹੜਾ ਹੈ ਕਵੀ ਰਾਜ ਜੀ ਨੇ ਪੇਸ਼ ਕੀਤਾ। ਤੇ ਜਿਸ ਤਰ੍ਹਾਂ ਕਿ ਧਰਤੀ ਹੁੰਦੀ ਹੈ, ਜ਼ਮੀਨ ਦੇ ਵਿੱਚ ਆਪਾਂ ਬੇਲ ਲਾਉਂਦੇ ਆ, ਬੂਟਾ ਲਾਉਂਦੇ ਆ, ਇਸ ਤਰ੍ਹਾਂ ਇਹ ਜਗਤ ਰੂਪੀ ਧਰਤੀ ਦੇ ਉੱਤੇ ਸਿੱਖੀ ਰੂਪੀ ਬੇਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਬੂਟਾ ਬੋਣਾ ਕੀਤਾ। ਅਪਰ ਗੁਰੂ ਉਪਦੇਸ਼ ਜੋ ਬਾਰੇ, ਹੁਣ ਜਦੋਂ ਆਪਾਂ ਪੇੜ ਲਾਉਂਦੇ ਆ, ਦਰਖਤ ਲਾਉਂਦੇ ਆ, ਉਹਦੇ ਵਿੱਚ ਪਾਣੀ ਪਾਇਆ ਜਾਂਦਾ ਹੈ। ਇਹ ਸਿੱਖੀ ਦਾ ਜੋ ਬੂਟਾ ਹੈ, ਇਹਨੂੰ ਕਿਹੜਾ ਜਲ ਵਰਤਦੇ ਹਨ? ਸਤਿਗੁਰੂ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕਰਨੀ ਕੀਤੀ ਹੈ, ਧੁਰ ਕੀ ਬਾਣੀ, ਉਹ ਬਾਣੀ ਪਾਣੀ ਬਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਦਰਖਤ ਨੂੰ ਸਿੰਚਣ ਦੇ ਵਾਸਤੇ, ਸਿੱਖੀ ਦੇ ਵਿੱਚ ਸਿੱਖੀ ਰੂਪੀ ਬੂਟੇ ਨੂੰ ਸਿੰਚਣ ਦੇ ਵਾਸਤੇ ਬਾਣੀ ਰੂਪੀ ਜਲ ਦਿੱਤਾ। ਦੇ ਦੇ ਭਲੀ ਭਾਂਤ ਪ੍ਰਤਿਪਾਰੀ, ਦੇ ਕਰਕੇ ਚੰਗੀ ਤਰ੍ਹਾਂ ਆਪ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਹਯਾਤੀ ਦੇ ਵਿੱਚ ਭਲੀ ਭਾਂਤੀ ਇਹਦੀ ਪ੍ਰਤਿਪਾਲਨਾ ਕਰਨੀ ਕੀਤੀ। ਸਿਮਰਨ
ਸਿਮਰਨ ਸਤਨਾਮ ਸੁਮਨਸਾ। ਫਿਰ ਪਿਆਰਿਓ ਕੀ ਹੁੰਦਾ, ਜਦੋਂ ਆਪਾਂ ਬੇਲ ਲਾਉਂਦੇ ਆ, ਦਰਖਤ ਲਾਉਂਦੇ ਆ, ਉਹ ਦਰਖਤ ਜਦੋਂ ਐਨ ਵਧੀਆ ਹੋ ਜਾਵੇ ਤੇ ਉਹਨੂੰ ਸੁਮਨ ਭਾਵ ਕੇ ਫੁੱਲ ਖਿੜਦੇ ਹਨ। ਤੇ ਸਿਮਰਨ ਸਤਨਾਮ ਸੋ ਸੁਮਨਾ ਭਾਵ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਰੱਬ ਦੀ ਇਬਾਦਤ ਕਰਨੀ। ਇਹ ਸਿੱਖੀ ਰੂਪੀ ਬੇਲ ਦਰਖਤ ਦੇ ਉੱਤੇ ਜਾਣੋ ਕਿ ਫੁੱਲ ਖਿੜੇ ਹਨ। ਬ੍ਰਹਮ ਗਿਆਨ ਫਲ ਚਹਿ ਜਿਸ ਮਨਸਾ। ਜਿਨ੍ਹਾਂ ਦੀ ਮਨਸਾ ਹੈ ਫਿਰ ਉਹੀ ਫੁੱਲ ਜਾ ਕਰਕੇ ਫਲ ਬਣ ਜਾਂਦਾ। ਤੇ ਫਿਰ ਸਤਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਦੇ ਹਨ, ਫਿਰ ਬਾਅਦ ਦੇ ਵਿੱਚ ਫਲ ਦੀ ਕਿਹੜੇ ਫਲ ਦੀ ਪ੍ਰਾਪਤੀ ਹੁੰਦੀ ਹੈ? ਬ੍ਰਹਮ ਗਿਆਨ ਦੀ ਉਹਨਾਂ ਨੂੰ ਦਰਾਤ ਪ੍ਰਾਪਤ ਹੋ ਜਾਂਦੀ। ਕਲਗੀਧਰ ਰਣ ਕਰ ਬਹੁ ਬਾਰ। ਇਸ ਤਰ੍ਹਾਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਈ ਵਾਰ ਪਿਆਰਿਓ ਜੰਗ ਕਰਕੇ, ਆਪਾਂ ਇਤਿਹਾਸ ਪੜ੍ਹਦੇ ਹਾਂ, ਵੱਡੀਆਂ ਜੰਗਾਂ ਜਿਹੜੀਆਂ ਹਨ 14 ਦੇ ਕਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜੰਗ ਲੜਨੀ ਕੀਤੀ। ਅਨੇਕ ਯਤਨ ਤੇ ਸੋ ਪ੍ਰਤਪਾਲ। ਅਨੇਕ ਯਤਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਦਰਖਤ ਜਿਹੜਾ ਹੈ ਸਿੱਖੀ ਦੀ ਪ੍ਰਤਪਾਲਨਾ ਕਰਨੀ ਕੀਤੀ ਹੈ। ਆਪਾਂ ਪਿਆਰਿਓ ਆਮ ਵੇਖਦੇ ਹਾਂ ਜਦੋਂ ਵੀ ਜੰਗ ਹੁੰਦੀ ਹੈ, ਵਿਦਵਾਨ ਦੱਸਦੇ ਹਨ ਲੜਾਈ ਝਗੜਾ ਹੁੰਦਾ, ਭਾਵੇਂ ਪਰਿਵਾਰ ਦੇ ਵਿੱਚ ਹੋਵੇ, ਭਾਵੇਂ ਪਿਆਰਿਓ ਵੱਡੇ ਪੈਮਾਨੇ ਦੇ ਵਿੱਚ ਦੇਸ਼ਾਂ ਦੇ ਵਿੱਚ ਹੋਣ, ਜੰਗ ਦੇ ਪਿਆਰਿਓ ਜ਼ਿਆਦਾ ਕਰਕੇ ਮੂਲ ਦੇ ਵਿੱਚ 3 ਕਾਰਨ ਹੁੰਦੇ ਹਨ। ਇੱਕ ਹੁੰਦਾ ਜਰ, ਦੂਜਾ ਹੁੰਦਾ ਜੋਰੂ ਤੇ ਤੀਜਾ ਹੁੰਦਾ ਜ਼ਮੀਨ। ਜਰ ਦਾ ਮਤਲਬ ਮਾਇਆ ਵਾਸਤੇ, ਜੋਰੂ ਦਾ ਮਤਲਬ ਔਰਤ ਦੇ ਵਾਸਤੇ, ਤੇ ਆਪਣਾ ਇਲਾਕਾ ਫੈਲਾਉਣ ਦੇ ਵਾਸਤੇ, ਜ਼ਮੀਨ ਵਾਸਤੇ ਵੀ ਜੰਗ ਹੋਇਆ ਕਰਦੀ ਹੈ। ਅੱਜ ਵੀ ਆਪਾਂ ਵੇਖਦੇ ਆ ਮੌਜੂਦਾ ਹਾਲਾਤ ਜਿਹੜੇ ਹਨ ਦੇਸ਼ਾਂ ਦੇ ਵਿੱਚ, ਮੁਲਕਾਂ ਦੇ ਵਿੱਚ ਜੋ ਤਲਖੀ ਵੱਧ ਰਹੀ ਹੈ, ਲੜਾਈ ਝਗੜੇ ਦਾ ਕਾਰਨ ਜਿਹੜਾ ਹੈ ਉਹ ਜ਼ਮੀਨ ਹੈ ਜ਼ਿਆਦਾ ਕਰਕੇ। ਕਿ ਭਾਈ ਆਪਾਂ ਦਾਵਾ ਕਰਦੇ ਹਾਂ ਜੀ ਇਹ ਸਾਡੀ ਜ਼ਮੀਨ ਹੈ, ਉਹ ਦਾਵਾ ਕਰਦੇ ਜੀ ਇਹ ਸਾਡੀ ਜ਼ਮੀਨ ਹੈ। ਫਿਰ ਜ਼ਮੀਨ ਦੇ ਵਿੱਚ ਜਦੋਂ ਕਬਜ਼ਾ ਹੁੰਦਾ, ਇਹ ਹੁੰਦਾ, ਫਿਰ ਲੜਾਈਆਂ ਹੋ ਜਾਂਦੀਆਂ। ਤੇ ਪੁਰਾਣੇ ਪਿਆਰਿਓ ਜਿੰਨੇ ਵੀ ਆਪ ਜੀ ਜੰਗ ਵੇਖੋ, ਭਾਵੇਂ ਕਿ ਰਮਾਇਣ ਦਾ ਆਪ ਜੀ ਜੰਗ ਦੇਖੋ, ਉਹਦੇ ਵਿੱਚ ਮੂਲ ਕੀ ਕਾਰਨ ਹੈ? ਸੀਤਾ ਜੀ ਦਾ। ਜੇ ਸੀਤਾ ਜੀ ਦਾ ਹਰਨ ਰਾਵਣ ਨਹੀਂ ਕਰਦਾ ਤੇ ਰਾਮਚੰਦਰ ਜੀ ਨੂੰ ਕੀ ਸੀ, ਕਿਉਂ ਉਹ ਫੌਜਾਂ ਨੂੰ ਲੈ ਕਰਕੇ ਲੰਕਾ ਦੇ ਉੱਤੇ ਚੜ ਕੇ ਜਾਂਦੇ? ਕਹਿਣ ਦਾ ਭਾਵ ਕਿ ਸਿਰਫ ਇੱਕ ਇਸਤਰੀ ਦੇ ਵਾਸਤੇ, ਸੀਤਾ ਜੀ ਦੇ ਵਾਸਤੇ ਕਿੰਨਾ ਵੱਡਾ ਜੰਗ ਹੋਇਆ ਤੇ ਰਾਵਣ ਦਾ ਉਹਦੇ ਵਿੱਚ ਵੱਧ ਹੋਇਆ, ਦੈਤਾਂ ਦਾ ਖਾਤਮਾ ਹੋਇਆ। ਫਿਰ ਦੁਆਪਰ ਯੁੱਗ ਦੇ ਵਿੱਚ ਮਹਾਭਾਰਤ ਕਿਹਾ ਜਾਂਦਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਜੰਗ ਹੋਇਆ ਸੀ ਹੁਣ ਤੱਕ ਕਿ 17-18 ਦਿਨਾਂ ਦੇ ਵਿੱਚ ਇਹ ਜੰਗ ਚੱਲਿਆ। ਇਹਨਾਂ ਦਿਨਾਂ ਦੇ ਵਿੱਚ ਪਿਆਰਿਓ ਪੂਰੇ ਭਾਰਤ ਵਰਸ਼ ਦੀ ਆਬਾਦੀ ਖਤਮ ਹੋ ਗਈ। ਬਹੁਤ ਬੀਬੀਆਂ ਹੀ ਬੀਬੀਆਂ, ਇਸਤਰੀਆਂ ਹੀ ਰਹਿ ਗਈਆਂ, ਬਹੁਤ ਥੋੜੇ ਮਰਦ ਜਿਹੜੇ ਹਨ ਉਹ ਰਹਿ ਗਏ ਹਨ, ਬਾਕੀ ਦੇ ਤਾਂ ਸਾਰੇ ਜੰਗ ਦੇ ਵਿੱਚ ਮਾਰੇ ਗਏ। ਬਹੁਤ ਵੱਡਾ ਇਹ ਭਾਰਤ ਵਰਸ਼ ਦੇ ਵਿੱਚ ਜੰਗ ਹੋਇਆ, ਤਾਂ ਕਰਕੇ ਉਹਦਾ ਨਾਮ ਪੈ ਗਿਆ ਕਿ ਭਾਈ ਮਹਾਭਾਰਤ ਕਰਕੇ। ਇਹਦੇ ਵਿੱਚ ਵੀ ਪਿਆਰਿਓ ਝਗੜਾ ਜਿਹੜਾ ਦ੍ਰੋਪਦੀ ਤੋਂ ਇਹ ਝਗੜੇ ਦੀ ਸ਼ੁਰੂਆਤ ਹੁੰਦੀ ਹੈ। ਕਹਿੰਦੇ ਇੱਕ ਵਾਰੀ ਦੁਰਯੋਧਨ ਜਿਹੜਾ ਹੈ ਇੰਦਰਪ੍ਰਸਥ ਦੇ ਵਿੱਚ ਜਦੋਂ ਗਿਆ ਵੇਖਣ ਵਾਸਤੇ, ਤੇ ਉਹਨਾਂ ਨੇ ਇਸ ਤਰ੍ਹਾਂ ਦੀ ਫਰਸ਼ ਬਣਾਈ ਸੀ ਪਾਂਡਵਾਂ ਨੇ, ਤੇ ਜਿੱਥੇ ਜਲ ਹੈ ਉਥੇ ਥਲ ਕਰਕੇ ਨਜ਼ਰ ਆਉਂਦਾ, ਤੇ ਜਿੱਥੇ ਥਲ ਹੁੰਦਾ ਧਰਤੀ ਹੁੰਦੀ ਉਥੇ ਜਲ ਕਰਕੇ ਨਜ਼ਰ ਆਉਂਦਾ। ਤੇ ਇਸ ਤਰ੍ਹਾਂ ਦਾ ਕਾਲੀਨ ਬਣਾਇਆ ਸੀ ਉਹਨਾਂ ਨੇ, ਤੇ ਇਹਨੂੰ ਭੁਲੇਖਾ ਲੱਗ ਗਿਆ ਦੁਰਯੋਧਨ ਨੂੰ। ਇਹ ਜਦੋਂ ਜਾ ਰਿਹਾ ਸੀ ਜਾਂਦੇ ਜਾਂਦੇ, ਤੇ ਪਾਣੀ ਜਦੋਂ ਅੱਗੇ ਆਇਆ ਸਰੋਵਰ, ਇੰਜ ਉਹਨੂੰ ਲੱਗਿਆ ਕਿ ਭਾਈ ਇਹ ਪਾਣੀ ਨਹੀਂ ਹੈ, ਇਹ ਤਾਂ ਫਰਸ਼ ਪਈ ਹੋਈ ਹੈ। ਉਹਨੇ ਫਿਰ ਫਰਸ਼ ਜਾਣ ਕਰਕੇ ਪੈਰ ਰੱਖ ਦਿੱਤਾ, ਇੱਕਦਮ ਪਾਣੀ ਵਿੱਚ ਗਿਰ ਗਿਆ। ਤੇ ਦ੍ਰੁਪਦਾ ਨੇ ਕਹਿੰਦੇ ਉਸ ਵੇਲੇ ਤਾਣਾ ਮਾਰਿਆ ਕਿ ਅੰਧ ਕੋ ਅੰਧਾ ਪੁੱਤ ਭਇਓ ਹੈ, ਕਿ ਤੇਰਾ ਪਿਓ ਵੀ ਅੰਧਾ ਹੈ ਤੇ ਤੂੰ ਉਹਦਾ ਪੁੱਤ, ਤੂੰ ਵੀ ਅੱਗੇ ਅੰਨਾ ਕਰਕੇ। ਇੱਕ ਤਾਂ ਇਹ ਇਸਤਰੀ ਹੈ। ਫਿਰ ਪਿਆਰਿਓ ਜਦੋਂ ਇਹਨਾਂ ਨੇ ਇਹ ਕਰਨਾ ਕੀਤਾ, ਜੂਆ ਖੇਡਣਾ ਕੀਤਾ, ਜੂਏ ਦੇ ਵਿੱਚ ਇਸਤਰੀ ਨੂੰ ਹਾਰ ਗਏ ਤੇ ਉਹਨੂੰ ਲੈਣ ਵਾਸਤੇ। ਤੇ ਫਿਰ ਤੀਜਾ ਜਿਹੜਾ ਜ਼ਮੀਨ ਆ, ਫਿਰ ਜਦੋਂ ਪਿਆਰਿਓ ਇਹਨਾਂ ਦੀ ਸੁਲ੍ਹਾ ਕਰਨ ਵਾਸਤੇ ਆਪ ਕ੍ਰਿਸ਼ਨ ਭਗਵਾਨ ਜੀ ਗਏ ਸਨ। ਕ੍ਰਿਸ਼ਨ ਜੀ ਨੇ ਕਿਹਾ ਕਿ ਭਾਈ ਇੱਕ ਕੰਮ ਕਰਦਾ ਕਰੋ, ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਪਾਂਡਵ ਜਿਹੜੇ ਹਨ ਇਹ ਤੁਹਾਡੇ ਅਧੀਨ ਰਹਿਣਗੇ, ਇਹਨਾਂ ਨੂੰ ਇਹਨਾਂ ਦਾ ਇੰਦਰਪ੍ਰਸਥ ਜਿਹੜਾ ਹੈ ਵੱਖਰਾ ਇਹਨਾਂ ਨੂੰ ਦੇ ਦਿੱਤਾ ਜਾਵੇ। ਤਾਂ ਪਿਆਰਿਓ ਜਦੋਂ ਇਹਨਾਂ ਨੇ, ਦੁਰਯੋਧਨ ਨੇ ਕਹਿ ਦਿੱਤਾ ਕਿ ਭਾਈ ਮੈਨੇ ਨਹੀਂ ਦੇਣਾ,
ਫਿਰ ਅਖੀਰ ਦੇ ਵਿੱਚ ਗੱਲ ਚੱਲਦੀ ਫਿਰ ਇਹਨਾਂ ਨੇ ਅਖੀਰ ਦੇ ਵਿੱਚ ਕ੍ਰਿਸ਼ਨ ਜੀ ਨੇ ਕਿਹਾ ਕਿ ਇੱਕ ਗੱਲ ਮੈਂ ਦੱਸਦਾ, ਚਲੋ ਠੀਕ ਹੈ, ਇਹ ਵੱਡਾ ਰਾਜ ਨਹੀਂ, ਸਿਰਫ 5 ਪਿੰਡ ਦੇ ਦਿਓ, ਇਹ 5 ਪਿੰਡ ਦੇ ਦਿਓ 5 ਪਾਂਡਵਾਂ ਨੂੰ, ਤੇ ਇਹ ਜੰਗ ਟਲ ਸਕਦਾ ਹੈ, ਉਹ ਸ਼ਾਂਤ ਹੋ ਜਾਣਗੇ। ਤੇ ਉਸ ਵੇਲੇ ਦੁਰਯੋਧਨ ਨੇ ਅਹੰਕਾਰ ਦੇ ਵਿੱਚ ਆ ਕਰਕੇ ਕਿਹਾ, ਕ੍ਰਿਸ਼ਨ ਜੀ 5 ਪਿੰਡਾਂ ਦੀ ਤੁਸੀਂ ਗੱਲ ਦੱਸਦੇ ਹੋ, ਮੈਂ ਤਾਂ ਸੂਈ ਦੇ ਨੱਕੇ ਦੀ ਜਿੰਨੀ ਜ਼ਮੀਨ ਹੈ ਮੈਂ ਉਹ ਵੀ ਨਹੀਂ ਦਵਾਂਗਾ। ਫਿਰ ਉਹਨਾਂ ਨੇ ਕਿਹਾ ਭਾਈ ਤੂੰ ਜੰਗ ਕਰਨ ਵਾਸਤੇ ਤਿਆਰ ਹੋ ਜਾ। ਕਹਿਣ ਦਾ ਭਾਵ ਪਿਆਰਿਓ, ਜੰਗਾਂ ਜਿਹੜੀਆਂ ਵੀ ਹੁੰਦੀਆਂ ਨਾ ਸੰਸਾਰ ਦੇ ਵਿੱਚ, ਭੂਤਕਾਲ ਦੇ ਵਿੱਚ ਵੇਖੋ ਜਾਂ ਵਰਤਮਾਨ ਭਵਿੱਖ ਦੇ ਵਿੱਚ, ਜ਼ਿਆਦਾ ਕਰਕੇ ਜੰਗ ਦਾ ਲੜਾਈ ਦੇ ਇਹ 3 ਹੀ ਕਾਰਨ ਹੁੰਦੇ ਹਨ। ਲੇਕਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਹੇਤ ਸਾਕਾ ਜਿਨ ਕੀਆ, ਧਰਮ ਦੇ ਵਾਸਤੇ ਪਿਆਰਿਓ ਸਾਕਾ ਕਰਨਾ ਕੀਤਾ। ਕਦੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਕਰਕੇ ਦੂਜਿਆਂ ਦੀ ਧਰਤੀ ਨੂੰ ਹੜੱਪ ਕਰ ਲਿਆ, ਜਾਂ ਦੂਜਿਆਂ ਦੀ ਬਹੁ ਬੇਟੀਆਂ ਨੂੰ ਜਿਹੜਾ ਹੈ ਸਿੱਖਾਂ ਨੇ ਉਹ ਲੈ ਕਰਕੇ ਆਪਣੇ ਕਬਜ਼ੇ। ਮਹਾਰਾਜ ਜੀ ਤਾਂ ਗੱਲ ਛੱਡ ਦੋ ਪਿਆਰਿਓ, ਸਿੱਖਾਂ ਦਾ ਇਤਿਹਾਸ ਪੜ੍ਹ ਲਿਓ, 20-20 ਹਜ਼ਾਰ ਦਾ ਜਥਾ ਜਿਹੜਾ ਹੈ ਜਦੋਂ ਇਹ ਤੁਰਕ ਲੁੱਟ ਕਰਕੇ ਬੀਬੀਆਂ ਨੂੰ ਜਨਾਨੀਆਂ ਨੂੰ ਲੈ ਕੇ ਜਾਂਦੇ ਸੀ ਨਾ ਗਜਨੀ ਦੇ ਬਾਜ਼ਾਰ ਦੇ ਵਿੱਚ ਵੇਚਣ ਵਾਸਤੇ, ਤੇ ਸਿੰਘ ਜਿਹੜੇ ਹਨ ਹੱਲਾ ਕਰਕੇ ਉਹਨਾਂ ਬੱਚੀਆਂ ਨੂੰ ਛੁਡਾ ਕਰਕੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਨੂੰ ਛੁਡਾ ਕਰਕੇ ਵਾਪਸ ਉਹਨਾਂ ਦੇ ਘਰ ਤੱਕ ਪਹੁੰਚਾ ਕਰਕੇ ਆਉਂਦੇ ਸਨ। ਖਾਲਸੇ ਨੇ ਜੰਗ ਪਿਆਰਿਓ ਨਾ ਜ਼ਮੀਨ ਵਾਸਤੇ, ਨਾ ਜੋਰੂ ਵਾਸਤੇ, ਨਾ ਜਰ ਵਾਸਤੇ ਲੜਨੀ ਕੀਤੀ। ਖਾਲਸੇ ਨੇ ਧਰਮ ਦੇ ਵਾਸਤੇ ਮਾਰ ਕੇ ਮਾਰਨੇ ਕੀਤੇ, ਜੰਗਾਂ ਕਰਨੀਆਂ ਕੀਤੀਆਂ, ਕਿਉਂਕਿ ਤੁਰਕ ਇਹ ਚਾਹੁੰਦੇ ਸਨ ਕਿ ਸਿੱਖੀ ਧਰਮ ਜਿਹੜਾ ਹੈ ਫੈਲ ਰਿਹਾ ਹੈ, ਤੇ ਜੇ ਇਹ ਸਿੱਖੀ ਧਰਮ ਜੇ ਫੈਲ ਜਾਵੇਗਾ ਤੇ ਇਹਨਾਂ ਨੂੰ ਆਪਾਂ ਨਹੀਂ ਹਰਾ ਸਕਦੇ ਆ। ਅਹਿਮਦ ਸ਼ਾਹ ਅਬਦਾਲੀ ਪਿਆਰਿਓ, ਉਹਦੇ ਬਚਨ ਯਾਦ ਰੱਖਣੇ ਚਾਹੀਦੇ। ਜਦੋਂ ਉਹਨੇ ਹਿੰਦੁਸਤਾਨ ਦੇ ਉੱਤੇ ਹਮਲਾ ਕਰਨਾ ਕੀਤਾ, ਪਾਣੀਪਤ ਦਾ ਜੰਗ ਉਹਨੇ ਜਿੱਤ ਕਰਕੇ ਵਾਪਸ ਜਾ ਰਿਹਾ ਸੀ, ਸਿੰਘਾਂ ਨੇ ਪਿਆਰਿਓ ਉਹਦੇ ਨਾਲ ਜੰਗ ਕਰਕੇ ਉਹਦੇ ਦੰਦ ਖੱਟੇ ਕਰ ਦਿੱਤੇ। ਉਹ ਬੜਾ ਦੰਗ ਹੋਇਆ, ਆਪਣੇ ਵਜ਼ੀਰਾਂ ਨੂੰ ਪੁੱਛਦਾ ਪਈ ਇਹ ਕੌਣ ਹੈ। ਇਹਨਾਂ ਨੇ ਮੈਂ ਹਿੰਦੁਸਤਾਨ ਦੇ ਉੱਤੇ ਹੱਲਾ ਕਰਦਾ, ਸਿੱਧਾ ਜਾ ਕਰਕੇ ਹਿੰਦੁਸਤਾਨ ਨੂੰ ਲੁੱਟ ਕਰਕੇ ਉਹਨਾਂ ਦੀ ਇੱਜ਼ਤ ਆਬਰੂ ਲੁੱਟ ਕਰਕੇ ਮੈਂ ਲੈ ਕੇ ਜਾਂਦਾ। ਇੰਨੇ ਵੱਡੇ ਰਾਜੇ ਰਜਵਾੜੇ ਲੱਗ ਜਾਵੇ ਕਿ ਅਬਦਾਲੀ ਆ ਰਿਹਾ, ਉਹ ਦੌੜ ਜਾਂਦੇ। ਲੇਕਿਨ ਭਾਈ ਇਹ ਗੁਰੂ ਕੇ ਸਿੱਖ, ਇੰਨਾ ਵੱਡਾ ਮੈਂ ਵਿਸ਼ਵ ਵਿਜੇਤਾ ਹਾਂ, ਜੇਤੂ ਹਾਂ, ਇਹ ਮੈਨੂੰ ਆ ਕਰਕੇ ਗੱਲ ਪੈਂਦੇ, ਮੇਰੇ ਨਾਲ ਜੰਗ ਕਰਦੇ, ਕੀ ਇਹਨਾਂ ਦਾ ਕਾਰਨ ਹੈ, ਇਹ ਕੌਣ ਹਨ। ਤੇ ਫਿਰ ਉਹਦੇ ਨਾਲ ਦੇ ਨੇ ਬਚਨ ਕਿਹਾ ਕਿ ਮੁਰਸ਼ਦ ਇਨਕੋ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤੈ ਹੈ, ਜਿਸ ਤੇ ਸੁਧਾ ਬਣਾਏ ਲਏ ਹੈ। ਭਾਵ ਕਿ ਇਹਨਾਂ ਦਾ ਮੁਰਸ਼ਦ ਬਹੁਤ ਵੱਡਾ ਵਲੀ ਹੋਇਆ ਹੈ, ਇਹਨਾਂ ਨੂੰ ਆਬੇ ਹਯਾਤ ਅੰਮ੍ਰਿਤ ਦੀ ਦਾਤ ਦੇ ਕਰਕੇ ਚੱਲ ਗਿਆ। ਔਰ ਸਭਨ ਕੋ ਜੀਵ 84 ਆਪਨ ਮਾਨਤਾ ਹੈ ਅਬਨਾਸੀ, ਆਪਣੇ ਆਪ ਨੂੰ ਇਹ ਅਬਨਾਸ਼ੀ ਮੰਨਦੇ ਹਨ ਤੇ ਦੂਜਿਆਂ ਨੂੰ 84 ਦਾ ਕੀੜਾ ਮੰਨਦੇ। ਤੇ ਅਹਿਮਦ ਸ਼ਾਹ ਨੇ ਕਿਹਾ ਨਹੀਂ ਭਾਈ, ਇਹ ਬੰਦੇ ਜ਼ਰੂਰ ਰਾਜ ਕਰਨਗੇ, ਇਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ। ਇਸ ਕਰਕੇ ਇਹਨਾਂ ਨੂੰ ਸਭ ਤੋਂ ਪਹਿਲੇ ਇਹਨਾਂ ਨੂੰ ਖਤਮ ਕਰਨਾ ਕਰੋ, ਇਹ ਸਭ ਤੋਂ ਵੱਡਾ ਸਾਡੇ ਵਾਸਤੇ ਖਤਰਾ ਹੋ ਸਕਦੇ ਹਨ। ਮੇਰੇ ਵਰਗੇ ਬਾਦਸ਼ਾਹ ਦੇ ਨਾਲ ਸਿੱਧਾ ਆ ਕਰਕੇ ਟੱਕਰ ਲੈਂਦੇ, ਜੰਗ ਕਰਦੇ, ਇਹਨਾਂ ਤੋਂ ਬਚ ਕੇ ਰਹਿਣਾ, ਇਹਨਾਂ ਦਾ ਖੁਰਾ ਖੋਜ ਮਿਟਾਓ। ਜਿੰਨੀਆਂ ਵੀ ਪਿਆਰਿਓ ਜੰਗਾਂ ਹੋਈਆਂ ਖਾਲਸੇ ਨੇ ਜਾਂ ਗੁਰੂ ਸਾਹਿਬਾਨਾਂ ਨੇ ਜੰਗ ਕਰਨੀ ਕੀਤੀ, ਉਹਦੇ ਮੂਲ ਦੇ ਵਿੱਚ ਸਿਰਫ ਧਰਮ ਸੀ। ਇਹ ਸਿੱਖੀ ਧਰਮ ਨੂੰ ਤਬਾਹ ਕਰਨਾ ਚਾਹੁੰਦੇ ਸਨ, ਨਿਸਤੋ ਨਬੂਤ ਕਰਨਾ ਚਾਹੁੰਦੇ ਸਨ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ। ਧਰਮ ਦੇ ਵਾਸਤੇ ਇੰਨਾ ਵੱਡਾ ਸਾਕਾ ਕੀਤਾ, ਜੰਗ ਕਰਨੇ ਕੀਤੇ, ਸੀਸ ਦੇ ਦਿੱਤਾ, ਕੁਰਬਾਨ ਹੋ ਗਏ, ਲੇਕਿਨ ਆਪਣਾ ਧਰਮ ਜਿਹੜਾ ਹੈ ਓੜਕ ਤੱਕ ਨਿਭਾ ਕਰਕੇ ਰੱਖਿਆ। ਪੰਥ ਖਾਲਸਾ ਸੁਰ ਤਰਬੂਵਾ। ਹੁਣ ਪਿਆਰਿਓ ਅੱਗੇ ਕਵੀ ਰਾਜੀ ਖਾਲਸੇ ਪੰਥ ਦਾ ਰੂਪਕ ਲੈ ਕਰਕੇ ਜਸ ਕਰਦੇ ਹਨ ਕਿ ਪੰਥ ਖਾਲਸਾ, ਖਾਲਸਾ ਪੰਥ ਰੂਪੀ ਸੁਰਤਰ। ਸੁਰਤਰ ਦਾ ਮਤਲਬ ਕਿ ਦੇਵ ਵ੍ਰਿਸ਼, ਕਲਪ ਵ੍ਰਿਸ਼। ਸਤਿਗੁਰੂ ਮਹਾਰਾਜ ਜੀ ਨੇ ਤੀਸਰ ਪੰਥ ਚਲਾਇਓ ਵੱਡ ਗੁਣੀ ਗਹਿਰਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਕੁਲ ਚੇਲਾ। ਮਹਾਰਾਜ ਜੀ ਨੇ ਤੀਜਾ ਪੰਥ ਜਿਹੜਾ ਖਾਲਸਾ ਪੰਥ ਪ੍ਰਗਟ ਕਰਨਾ ਕੀਤਾ। ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਪਿਆਰਿਓ
ਔਰੰਗੇ ਨੇ ਜਦੋਂ ਦਿੱਲੀ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ, ਮਹਾਰਾਜ ਜੀ ਨੂੰ ਕਿਹਾ ਸਤਿਗੁਰੂ ਮਹਾਰਾਜ ਕੋਈ ਕਰਾਮਾਤ ਦਿਖਾਓ। ਮਹਾਰਾਜ ਜੀ ਨੇ ਕਿਹਾ ਕਿ ਨਹੀਂ ਭਾਈ, ਕਰਾਮਾਤ ਕਹਿਰ ਦਾ ਨਾਮ ਹੈ। ਫਿਰ ਬਾਰ-ਬਾਰ ਇਹਨਾਂ ਨੇ ਜਦੋਂ ਜ਼ਿੱਦ ਕਰਨੀ ਕੀਤੀ, ਸਤਿਗੁਰੂ ਜੀ ਕਹਿਣ ਲੱਗੇ ਜੇ ਕਰਾਮਾਤ ਵੇਖਣੀ ਹੈ ਇੱਕ ਕੰਮ ਕਰਨਾ ਕਰੋ, ਕਈ ਮਣ ਪਹਾੜ ਕਾਲੀ ਮਿਰਚ ਜਿਹੜੀ ਹੈ ਉਹ ਤੁਸੀਂ ਲੈ ਕੇ ਆਓ। ਉਹਨਾਂ ਨੂੰ ਲੱਗਿਆ ਪਤਾ ਨਹੀਂ ਮਹਾਰਾਜ ਜੀ ਨੇ ਕੀ ਕਰਾਮਾਤ ਕਰਨੀ। ਜਦੋਂ ਲੈ ਕੇ ਆਏ ਤੇ ਮਹਾਰਾਜ ਜੀ ਨੇ ਕਿਹਾ ਇਹਨੂੰ ਫਿਰ ਛਾਨਣਾ, ਇਹਨੂੰ ਪਹਿਲੇ ਨੇ ਕਿਹਾ ਸਾੜਨਾ ਕਰੋ, ਲਗਾਤਾਰ 1-2 ਦਿਨ ਇਹਨੂੰ ਅੱਗ ਦੇ ਵਿੱਚ ਭੱਠੇ ਦੇ ਵਿੱਚ ਪਾ ਕਰਕੇ ਸਾੜ ਦਿਓ। ਤੇ ਉਹਨਾਂ ਨੇ ਲੱਗਿਆ ਪਤਾ ਨਹੀਂ ਕੀ ਮਹਾਰਾਜ ਕਰਾਮਾਤ ਕਰ ਰਹੇ। ਜਦੋਂ ਉਹਨੂੰ ਸਾੜ ਦਿੱਤਾ 2-3 ਦਿਨ ਅੱਗ ਦੇ ਵਿੱਚ ਭੱਠੇ ਦੇ ਵਿੱਚ ਪਾ ਕਰਕੇ, ਫਿਰ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇੱਕ ਕੰਮ ਕਰੋ, ਉਹ ਰਾਖ ਜਿਹੜੀ ਹੈ ਕਾਲੀ ਮਿਰਚਾਂ ਦੀ ਉਹਨੂੰ ਲੈ ਕੇ ਆਓ। ਤੇ ਉਹ ਜਦੋਂ ਲੈ ਕੇ ਆਏ ਮਹਾਰਾਜ ਜੀ ਨੇ ਕਿਹਾ ਇਹਨੂੰ ਹੁਣ ਛਾਨਣਾ ਕਰੋ। ਤੇ ਪਿਆਰਿਓ ਰਾਖ ਜਿਹੜੀ ਹੈ ਉਹ ਤਾਂ ਨਿਕਲ ਗਈ ਛੰਨੀ ਦੇ ਵਿੱਚੋਂ, 3 ਜਿਹੜੀਆਂ ਕਾਲੀਆਂ ਮਿਰਚਾਂ ਜਿਹੜੀਆਂ ਉਹ ਰਹਿ ਗਈਆਂ ਸਨ। ਤੇ ਮਹਾਰਾਜ ਜੀ ਨੇ ਕਿਹਾ ਦੇਖੋ ਕਰਾਮਾਤ ਵੇਖਣਾ ਚਾਹੁੰਦੇ ਸੀ ਨਾ, ਇਹ ਕਰਾਮਾਤ ਹੈ। ਉਹ ਤੁਰਕ ਕਹਿਣ ਲੱਗੇ ਮਹਾਰਾਜ ਪਤਾ ਨਹੀਂ ਚੱਲਿਆ ਇਹ ਕਾਦੀ ਕਰਾਮਾਤ ਹੈ, ਇਹ 3 ਮਿਰਚਾਂ ਵੱਜ ਗਈਆਂ, ਇਹ ਕਾਦੀ ਕਰਾਮਾਤ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤਾਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਪਾਪੀਓ, 2 ਧਰਮ ਨੂੰ ਤੁਸੀਂ ਖਤਮ ਕਰਕੇ, ਤੁਹਾਡੀ ਇਹੀ ਭਾਵਨਾ ਹੈ ਨਾ 2 ਧਰਮ ਤੋਂ। ਔਰੰਗਜ਼ੇਬ ਨੇ ਕਹਿ ਦਿੱਤਾ ਸੀ ਹਿੰਦੁਸਤਾਨ ਦੇ ਵਿੱਚ 2 ਧਰਮ ਸਨ ਉਸ ਵੇਲੇ, ਬਹੁਤਾਤ ਦੇ ਵਿੱਚ ਹਿੰਦੂ ਮਤ ਦੇ ਤੇ ਇਹ ਆਕਰਮਣਕਾਰੀ ਮੁਸਲਮਾਨ ਇਸਲਾਮੀ ਮਤ ਦੇ। ਤੇ ਉਹ ਕਹਿੰਦਾ ਸੀ ਕਿ ਇਹ 2 ਮਤ ਨੂੰ ਖਤਮ ਕਰਕੇ ਮੈਂ ਇੱਕੋ ਮਤ ਰਹਿਣ ਦਵਾਂਗਾ, ਭਾਵ ਕਿ ਹਿੰਦੂਆਂ ਨੂੰ ਮਾਰ ਕਰਕੇ ਸਾਰਿਆਂ ਨੂੰ ਪ੍ਰੇਮ ਦੇ ਨਾਲ ਜਾਂ ਜ਼ਬਰਦਸਤੀ ਮੈਂ ਇਸਲਾਮ ਦੇ ਵਿੱਚ ਲੈ ਕੇ ਆ ਜਾਵਾਂਗਾ। ਤੇ ਮਹਾਰਾਜ ਜੀ ਨੇ ਕਿਹਾ ਤੂੰ 2 ਤੋਂ 1 ਕਰਨਾ ਚਾਹੁੰਦਾ, ਲੇਕਿਨ ਰੱਬ ਦਾ ਭਾਣਾ ਵੱਖਰਾ ਹੈ ਭਾਈ। ਮਹਾਰਾਜ ਜੀ ਕਹਿੰਦੇ ਤੇ ਰੱਬ ਨੇ ਪ੍ਰਮਾਤਮਾ ਨੇ 2 ਤੋਂ 3 ਧਰਮ ਜਿਹੜਾ ਹੈ ਪੈਦਾ ਕਰਨਾ ਹੈ, ਉਹ ਹੋਵੇਗਾ ਖਾਲਸਾ ਪੰਥ ਦੀ ਮਰਜ਼ੀ ਹੈ। ਉਹ 2 ਤੋਂ 3 ਪੈਦਾ ਕਰਨੇ ਚਾਹੁੰਦੇ ਹਨ। ਉਸ ਤੋਂ ਬਾਅਦ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਜਿਹੜਾ ਇਹਨੂੰ ਪ੍ਰਗਟ ਕੀਤਾ। ਸਤਿਗੁਰ ਤਪ ਦਿੜ ਮੂਲ ਖਰੋਵਾ। ਇਹ ਜੋ ਦਰਖਤ ਜਿਹੜਾ ਹੈ ਖਾਲਸਾ ਪੰਥ ਰੂਪੀ ਸਤਿਗੁਰੂ ਮਹਾਰਾਜ ਜੀ ਨੇ ਜੋ ਤਪ ਕਰਨਾ ਕੀਤਾ, ਭਾਰੀ ਕਰੀ ਤਪੱਸਿਆ ਵਡੈ ਭਾਗ ਹਰਿ ਸਿਉ ਬਣ ਆਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਬਹੁਤ ਭਾਰੀ ਤਪ ਕਰਨਾ ਕੀਤਾ ਕਿ ਭਾਈ ਪੰਥ ਵਸੈ। ਦੇਖੋ ਮਹਾਰਾਜ ਜੀ ਦੀ ਕਿਹੋ ਜੀ ਭਾਵਨਾ ਹੈ, ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ। ਆਪਾਂ ਪਿਆਰੇ ਚੌਪਈ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਆ, ਕਿਉਂਕਿ ਕਈ ਵਾਰੀ ਕਈ ਜਿਹੜੇ ਸੱਜਣ ਕਈ ਗੁਰਬਾਣੀ ਦੇ ਉੱਤੇ ਵੀ ਜਦੋਂ ਕਟਾਕਸ਼ ਕਰਦੇ ਹਨ, ਕਿੰਤੂ ਪਰੰਤੂ ਕਰਦੇ, ਉਹ ਪੂਰਾ ਸ਼ਬਦ ਨਹੀਂ ਲੈਂਦੇ, ਉਹਦੇ ਵਿੱਚ ਇੱਕ ਪੰਕਤੀ ਜਾਂ ਆਧੀ ਪੰਕਤੀ ਲੈ ਕਰਕੇ ਉਹ ਆਪਣਾ ਚਲਾਕੀ ਵਰਤ ਦਿੰਦੇ। ਆਪ ਵੀ ਪਿਆਰਿਓ ਸਾਰੇ ਜਿਹੜੇ ਬੈਠੇ ਹੋਏ ਹੋ ਰੋਜ਼ ਬਾਣੀ ਨੂੰ ਸਰਵਣ ਕਰਦੇ, ਰੋਜ਼ ਪੜ੍ਹਦੇ। ਆਪਾਂ ਪੜ੍ਹਦੇ ਆ ਸੁਖੀ ਬਸੈ ਮੋਰੋ ਪਰਵਾਰਾ। ਪਹਿਲੀ ਪੰਕਤੀ ਨੂੰ ਪੜ੍ਹ ਕੇ ਤਾਂ ਇੰਝ ਹੀ ਲੱਗੇਗਾ ਕਿ ਮਹਾਰਾਜ ਕਹਿੰਦੇ ਕਿ ਮੇਰਾ ਪਰਿਵਾਰ ਜਿਹੜਾ ਹੈ ਸੁਖੀ ਰਵੇ। ਆਪਾਂ ਵੀ ਪਿਆਰਿਓ ਪ੍ਰਮਾਤਮਾ ਦੇ ਅੱਗੇ ਗੁਰੂ ਘਰ ਦੇ ਵਿੱਚ ਆ ਕਰਕੇ ਅਰਦਾਸ ਕਰਦੇ ਆ, ਰੋਜ਼ ਆਪਾਂ ਇਹੀ ਅਰਦਾਸ ਕਰਦੇ ਆ, ਇਹੀ ਤਾਂ ਬੇਨਤੀ ਕਰਦੇ ਕਿ ਸੁਖੀ ਵਸੈ ਮੋਰੋ ਪਰਿਵਾਰਾ। ਮਹਾਰਾਜ ਮੇਰਾ ਪਰਿਵਾਰ ਜਿਹੜਾ ਹੈ, ਮੇਰਾ ਪਰਿਵਾਰ ਸੁਖੀ ਬਸੇ। ਲੇਕਿਨ ਸਾਡਾ ਕੀ ਪਰਿਵਾਰ ਹੈ? ਸਾਡੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਭਾਈ ਭੈਣ ਬੱਚੇ ਹੋ ਗਏ, ਰਿਸ਼ਤੇਦਾਰ ਨਾਨਕੇ ਦਾਦਕੇ ਦੇ ਰਿਸ਼ਤੇਦਾਰ। ਆਪਣਾ ਪਿਆਰਿਓ ਇਹੀ ਦਾਇਰਾ ਹੈ, ਇੰਨਾ ਹੀ ਆਪਣਾ ਪਰਿਵਾਰ। ਔਰ ਦੂਜਿਆਂ ਦੇ ਵਾਸਤੇ ਆਪਾਂ ਕਹਿੰਦੇ ਜੀ ਨਹੀਂ ਜੀ ਉਹ ਗਰਕ ਜਾਵੇ, ਉਹਨਾਂ ਦਾ ਬੇੜਾ ਡੁੱਬ ਜਾਵੇ। ਸਾਡੇ ਵਾਸਤੇ ਇਹ ਪਰਿਵਾਰ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਕੀ ਪਰਿਵਾਰ ਹੈ? ਮਹਾਰਾਜ ਜੀ ਨੇ ਕਹਿਤਾ ਦਿੱਤਾ ਕਿ ਸੁਖੀ ਬਸੈ ਮੋਰੋ ਪਰਿਵਾਰਾ। ਇਹ ਨਹੀਂ ਕਿਹਾ ਕਿ ਮੇਰੇ ਮਹਿਲ ਜਿਹੜੇ ਹਨ, ਮੇਰੀ ਮਾਤਾ, ਮੇਰਾ ਪਿਤਾ, ਮੇਰੇ 4 ਸਾਹਿਬਜ਼ਾਦੇ ਇਹ ਸੁੱਖਾਂ ਦੇ ਵਿੱਚ ਰਹਿਣ। ਅਗਲੀ ਪੰਕਤੀ ਦੇ ਵਿੱਚ ਸਪਸ਼ਟ ਕਰ ਦਿੱਤਾ ਸੇਵਕ ਸਿੱਖ ਸਭੈ ਕਰਤਾਰਾ। ਸਾਰੇ ਐ ਪ੍ਰਮਾਤਮਾ ਜੀਓ ਇਹ ਤੇਰੇ ਜੋ ਸੇਵਕ ਹਨ, ਭਾਵ ਕਿ ਮੇਰੇ ਸੇਵਕ ਜਿੰਨੇ ਮੇਰੇ ਸਿੱਖ ਹਨ, ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ। ਸਿਰਫ ਪਿਆਰਿਓ ਕਹਿਣ ਕਰਕੇ ਕੋਈ ਸਿੱਖ ਨਹੀਂ ਬਣ ਜਾਂਦਾ, ਇਹ ਵੀ ਯਾਦ ਰੱਖਣਾ ਚਾਹੀਦਾ।
ਜੇ ਸਿੱਖੀ ਦੀ ਤੁਹਾਡੇ ਕੋਲ ਕੋਈ ਨਿਸ਼ਾਨੀ ਨਹੀਂ ਹੈ, ਕੇਸ ਤੁਹਾਡੇ ਕੋਲ ਨਹੀਂ ਹੈ, ਤੇ ਤੁਸੀਂ ਭਾਵੇਂ ਜਿੰਨਾ ਮਰਜ਼ੀ ਬੋਲੀ ਜਾਓ ਮੈਂ ਸਿੱਖ ਹਾਂ, ਲਿਖ ਤਾਂ ਤੁਸੀਂ ਸਕਦੇ ਹੋ, ਬੋਲ ਸਕਦੇ, ਲੇਕਿਨ ਜੇ ਨਿਸ਼ਾਨੀ ਨਹੀਂ ਹੈ, ਮੋਹਰ ਨਹੀਂ ਹੈ ਤੁਹਾਡੇ ਕੋਲ, ਤੇ ਤੁਸੀਂ ਕੋਈ ਸਿੱਖ ਨਹੀਂ ਹੈ। ਤੇ ਜੇ ਤੁਸੀਂ ਸਿੱਖ ਹੈ ਤਾਂ ਮਹਾਰਾਜ ਰੋਜ਼ ਤੁਹਾਡੇ ਲਈ ਅਰਦਾਸ ਕਰਦੇ ਕਿ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਭਾਵ ਕਿ ਇਹ ਜਿੰਨੇ ਵੀ ਸੇਵਕ ਸਿੱਖ ਹਨ ਇਹ ਮੇਰੇ ਬੱਚੇ ਹਨ, ਇਹ ਮੇਰਾ ਪਰਿਵਾਰ ਹੈ, ਇਹ ਸੁਖ ਦੇ ਵਿੱਚ ਰਵੇ। ਸਿੱਖ ਸੰਗਤ ਛਾਇਆ ਜਿਸ ਪਾਸ, ਤੇ ਇਹ ਖਾਲਸੇ ਪੰਥ ਦਾ ਇਹ ਦਰਖਤ ਦੀ ਛਾਇਆ ਕਿਹੜੀ ਹੈ? ਸਿੱਖ ਸੰਗਤ ਆ। ਇਹ ਜਿੱਥੇ ਵੀ ਪਿਆਰਿਓ ਇਹ ਸੰਗਤ ਲੱਗਦੀ ਨਾ, ਆਪਾਂ ਵੀ ਸੰਗਤ ਦੇ ਵਿੱਚ ਬੈਠੇ ਆ, ਜਾਣੋ ਕਿ ਆਪਾਂ ਪ੍ਰਮਾਤਮਾ ਦੀ ਵਾਹਿਗੁਰੂ ਜੀ ਦੀ ਛਤਰ ਛਾਇਆ ਵਿੱਚ ਬੈਠੇ। ਦੋਹ ਲੋਕਨ ਸੁਖ ਕੋ ਉਪਜਾਏ, ਇਹ ਜੋ ਖਾਲਸਾ ਪੰਥ ਹੈ ਇਹ ਇੱਕ ਲੋਕ ਦੇ ਵਿੱਚ ਨਹੀਂ, ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰ ਦਿੰਦਾ। ਕਲਪ ਲਤਾ ਸਿੱਖੀ ਗੁਣ ਭੂਵਾ, ਆ ਜਿਹੜਾ ਕਲਪ ਲਤਾ ਇਹਦੇ ਨਾਲ ਸਿੱਖੀ ਰੂਪੀ ਸਿੱਖਾਂ ਦੇ ਗੁਣ ਰੂਪੀ ਕਲਪ ਲਤਾ ਹੈ, ਭਾਵ ਕਿ ਕਲਪ ਬ੍ਰਿਸ਼ ਦੀ ਲਤਾ ਹੈ। ਤਿਸ ਕੋ ਆਸਰੈ ਦ੍ਰਿੜ ਇਹ ਹੋਵਾ, ਤੇ ਸਿੱਖੀ ਦੇ ਵਾਸਤੇ ਇਹ ਖਾਲਸਾ ਪੰਥ ਜਿਹੜਾ ਹੈ ਇਹ ਦ੍ਰਿੜ ਹੋ ਕਰਕੇ ਆਸਰਾ ਦਿੰਦਾ। ਕਿਉਂਕਿ ਪਿਆਰਿਓ ਜਦੋਂ ਤੱਕ ਕੋ ਕਿਸੀ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੈ ਲੈ ਹੈ। ਇਹ ਬਚਨ ਆਪਾਂ ਪੜ੍ਹਦੇ ਹਾਂ, ਇਤਿਹਾਸ ਦੇ ਬਚਨ ਹਨ ਕਿ ਧਰਮ ਬਿਨਾ ਰਾਜ ਬਿਨਾ ਨਹਿ ਧਰਮ ਚੱਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਕਿਉਂਕਿ ਜਦੋਂ ਤੱਕ ਰਾਜ ਨਹੀਂ ਹੁੰਦਾ ਉਦੋਂ ਤੱਕ ਧਰਮ ਵੀ ਨਹੀਂ ਚੱਲ ਸਕਦਾ ਹੈ। ਜੇ ਆਪਾਂ ਪਿਆਰਿਓ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਰਵਾਂਗੇ, ਗੁਲਾਮ ਬਣ ਕੇ ਰਹਿ ਜਾਵਾਂਗੇ, ਕਦੇ ਵੇਖਿਆ ਕਿ ਭਾਈ ਇਹਨਾਂ ਗੁਲਾਮਾਂ ਨੇ ਰਾਜ ਕਰਨਾ ਕੀਤਾ? ਗੁਲਾਮ ਤਾਂ ਪਿਆਰਿਓ ਗੁਲਾਮ ਹੀ ਹੁੰਦਾ ਹੈ, ਪੇੜੀਆਂ ਪਾ ਦਿਓ ਗੁਲਾਮ ਹੀ ਰਹਿੰਦਾ, ਗੁਲਾਮ ਕਦੇ ਰਾਜ ਨਹੀਂ ਕਰ ਸਕਦਾ ਹੈ। ਇਸ ਕਰਕੇ ਪਿਆਰਿਓ ਸੁਤੰਤਰਤਾ ਜ਼ਰੂਰੀ ਹੈ, ਗੁਰੂ ਅਸਥਾਨਾਂ ਦੀ ਵੀ ਜਿਹੜੀ ਹੈ ਸੁਤੰਤਰਤਾ ਜ਼ਰੂਰੀ ਹੈ। ਕਿਉਂਕਿ ਗੁਰੂ ਅਸਥਾਨ ਹੀ ਪਿਆਰਿਓ ਸਿੱਖੀ ਦਾ ਪ੍ਰਚਾਰ ਪ੍ਰਸਾਰ ਦਾ ਸੋਮਾ ਹੀ ਜਦੋਂ ਗੁਲਾਮ ਹੋ ਜਾਵੇ। ਅੱਜ ਸਰਕਾਰਾਂ ਜਿਹੜੀਆਂ ਹਨ, ਅੱਜ ਕਈ ਇਹੋ ਜਿਹੀਆਂ ਸੰਸਥਾਵਾਂ, ਉਹਨਾਂ ਦੇ ਮਨ ਵਿੱਚ ਇਹੀ ਹੈ ਕਿ ਬਸ ਭਾਈ ਇਹਨਾਂ ਨੂੰ ਗੁਲਾਮੀ ਦੀ ਜੰਜੀਰ ਦੇ ਵਿੱਚ ਜਕੜ ਦਿਓ। ਬਸ ਇੱਕ ਵਾਰੀ ਬੰਦਾ ਪਿਆਰਿਓ ਗੁਲਾਮ ਬਣ ਗਿਆ ਨਾ ਤੇ ਉਹ ਸਦਾ ਵਾਸਤੇ ਖਤਮ ਹੋ ਜਾਂਦਾ। ਕਹਿੰਦੇ ਇੱਕ ਪਿਆਰੀ ਕਥਾ ਯਾਦ ਆਈ ਹੈ ਕਿ ਇੱਕ ਸ਼ਹਿਰ ਦੇ ਵਿੱਚ ਬਹੁਤ ਵੱਡਾ ਭਲਵਾਨ ਰਹਿੰਦਾ ਸੀ, ਬੜਾ ਤਗੜਾ ਸੀ ਉਹ, ਇੰਨਾ ਉਹਦੇ ਅੰਦਰ ਵਾਯੂ ਬਲ ਸੀ। ਤੇ ਰਾਜੇ ਦਾ ਜਦੋਂ ਹਾਥੀ ਲੰਘਦਾ ਨਾ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਹੈ ਸੂਰਬੀਰ ਬਹਾਦਰ, ਔਰ ਉਹ ਹਾਥੀ ਦੀ ਪੂੰਛ ਨੂੰ ਫੜ ਕਰਕੇ ਹਾਥੀ ਨੂੰ ਰੋਕ ਦਿੰਦਾ। ਹਾਥੀ ਪਿਆਰਿਓ ਭਾਵੇਂ ਜਿੰਨਾ ਮਰਜੀ ਉਹਨੂੰ ਮਾਰੋ, ਚਿੰਗਾੜਾ ਕਰ ਦਿੰਦਾ, ਚੀਕ ਪੈਂਦਾ, ਲੇਕਿਨ ਇੱਕ ਕਦਮ ਵੀ ਅੱਗੇ ਨਹੀਂ ਪੁੱਟਦਾ, ਇੰਨੀ ਜ਼ਿਆਦੀ ਉਹਦੇ ਅੰਦਰ ਸ਼ਕਤੀ ਸੀ। ਰਾਜਾ ਵੀ ਜਿਹੜਾ ਵੇਖ ਕਰਕੇ ਸ਼ਰਮਸ਼ਾਰ ਹੋ ਜਾਂਦਾ ਹੈ। ਇੱਕ ਦਿਨ ਰਾਜੇ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਵਜ਼ੀਰ ਸਾਹਿਬ ਇਹ ਤਾਂ ਗੱਲ ਬੜੀ ਮਾੜੀ ਹੈ, ਮੈਂ ਰਾਜਾ, ਸਾਰੇ ਲੋਕ ਮੇਰੇ ਅੱਗੇ ਝੁਕਦੇ ਹਨ, ਸਲਾਮਾਂ ਕਰਦੇ, ਇਹ ਬੰਦਾ ਇੰਨਾ ਤਗੜਾ ਹੈ, ਇਹ ਹੱਥ ਪਾ ਕਰਕੇ ਸਿਰਫ ਇੱਕ ਹੱਥ ਦੇ ਨਾਲ ਹੀ ਹਾਥੀ ਦੀ ਪੂੰਝ ਨੂੰ ਫੜ ਲੈਂਦਾ, ਭਾਵੇਂ ਮਹਾਬਤ ਜਿੰਨਾ ਮਰਜੀ ਮਾਰੋ, ਹਾਥੀ ਚਿੰਗਿਆੜਦਾ, ਲੇਕਿਨ ਇੱਕ ਕਦਮ ਵੀ ਅੱਗੇ ਨਹੀਂ ਪੁੱਟਦਾ। ਕੀ ਕਾਰਨ ਹੈ? ਇਹਨੂੰ ਮੈਂ ਕਿਸ ਤਰ੍ਹਾਂ ਹਰਾਵਾਂ? ਇਹਨੂੰ ਮੈਂ ਸ਼ਾਂਤ ਕਰਨਾ ਚਾਹੁੰਦਾ, ਮੇਰੀ ਬਹੁਤ ਜ਼ਿਆਦੀ ਬੇਇੱਜ਼ਤੀ ਹੁੰਦੀ ਹੈ। ਲੋਕੀ ਵੇਖ ਕਰਕੇ ਹੱਸਦੇ ਹਨ। ਉਹ ਕਹਿੰਦੇ ਕਿ ਲਓ ਭਾਈ ਇੰਨਾ ਵੱਡਾ ਰਾਜਾ, ਬਸ ਜੀ ਫਲਾਣੇ ਨੇ ਤਾਂ ਇੱਕ ਹੱਥ ਦੇ ਨਾਲ ਰਾਜੇ ਦੀ ਸਵਾਰੀ ਰੋਕ ਦਿੱਤੀ, ਮੈਂ ਇਹਨੂੰ ਖਤਮ ਕਰਨਾ ਚਾਹੁੰਦਾ। ਤੇ ਵਜ਼ੀਰ ਕਹਿਣ ਲੱਗਾ ਕਿ ਭਾਈ ਇਹਨੂੰ ਇਸ ਤਰ੍ਹਾਂ ਜੇ ਆਪਾਂ ਮਾਰ ਕੇ ਖਤਮ ਕਰਾਂਗੇ ਤੇ ਫਿਰ ਬਗਾਵਤ ਪੈਦਾ ਹੋ ਸਕਦੀ ਹੈ। ਤੇ ਰਾਜੇ ਉਹਨਾਂ ਦੇ ਵਜ਼ੀਰ ਬੜੇ ਚਲਾਕ ਹੁੰਦੇ ਹਨ। ਉਹਨਾਂ ਨੇ ਕਿਹਾ ਇੱਕ ਮੈਂ ਤਰਕੀਬ ਲੜਾਉਂਦਾ ਹਾਂ, ਇਹ ਜਿਹੜਾ ਬੰਦਾ ਨਾ ਉਹਨੂੰ ਮਾਇਆ ਦੇ ਕਰਕੇ ਆਪਾਂ ਆਪਣਾ ਗੁਲਾਮ ਬਣਾ ਲਈਏ। ਇੱਕ ਵਾਰੀ ਇਹ ਆਪਣਾ ਗੁਲਾਮ ਬਣ ਗਿਆ, ਇਹਨੂੰ ਕੋਈ ਡਿਊਟੀ ਤੇ ਲਾ ਦਿਓ, ਕੋਈ ਇਹਦੇ ਉੱਤੇ ਲਾ ਦਿਓ, ਇਹਦਾ ਮੂੰਹ ਬੰਦ ਹੋ ਜਾਵੇਗਾ, ਇਹ ਕਦੇ ਨਹੀਂ ਬੋਲੇਗਾ। ਉਹਨੇ ਕਿਹਾ ਠੀਕ ਹੈ ਭਾਈ, ਜਾ ਕਰਕੇ ਕੰਮ ਕਰ, ਗੁਲਾਮ ਬਣਾ ਲੈ। ਉਹ ਗਿਆ ਪਿਆਰਿਓ, ਜਾ ਕਰਕੇ ਉਸ ਭਲਵਾਨ ਨੂੰ ਕਿਹਾ ਭਾਈ ਕਿ ਮੈਂ ਤੈਨੂੰ ਨੌਕਰੀ ਦਿੰਦਾ, ਤੂੰ ਐਵੇਂ ਵਿਲੜ ਬੈਠਿਆ ਰਹਿੰਦਾ, ਖਾਲੀ ਰਹਿੰਦਾ, ਚੱਲ ਮੈਂ ਤੈਨੂੰ ਨੌਕਰੀ ਤੇ ਲਾ ਦਵਾਂ। ਉਹ ਕਹਿਣ ਲੱਗਾ ਭਾਈ ਮੈਂ ਕੋਈ ਗੁਲਾਮ ਨਹੀਂ ਬਣਨਾ, ਕਿਹਦੀ ਨੌਕਰੀ ਨਹੀਂ ਕਰਨੀ ਹੈ। ਉਹ ਕਹਿਣ ਲੱਗਾ ਤੈਨੂੰ ਜ਼ਿਆਦਾ ਅਸੀਂ ਮਿਹਨਤਾਨਾ ਨਹੀਂ ਕਰਾਉਂਦੇ ਆ, ਮਿਹਨਤ ਨਹੀਂ ਕਰਾਉਂਦੇ ਆ, ਇੱਕ ਕੰਮ ਕਰ,
ਤੇ ਫਿਰ ਉਹ ਜਦੋਂ ਨਹੀਂ ਮੰਨਿਆ ਉਹਨੂੰ ਕਿਹਾ ਆ ਜਿਹੜਾ ਮੰਦਿਰ ਜਿਹੜਾ ਨਾ ਵੱਡਾ ਮੰਦਿਰ ਉਹਦੇ ਵਿੱਚ ਇੱਕ ਕੰਮ ਕਰ, ਤੂੰ 2 ਟਾਈਮ ਦੀਵਾ ਬਾਲਣਾ, ਆ ਤੇਰੀ ਭਾਈ ਡਿਊਟੀ ਹੈ। ਤੇ ਉਹਨੇ ਕਿਹਾ ਫਿਰ ਪੈਸਾ ਕਿੰਨਾ ਮਿਲਣਾ ਹੈ? ਉਹਨਾਂ ਜ਼ਮਾਨਿਆਂ ਦੀ ਗੱਲ ਹੈ ਪਿਆਰਿਓ, ਇਹਨਾਂ ਨੇ ਕਹਿ ਦਿੱਤਾ 1 ਦਿਨ ਦਾ 5 ਦਮੜਾ। ਜਦੋਂ ਕੌੜੀਆਂ ਦਾ ਵੀ ਭਾਅ ਹੁੰਦਾ ਸੀ, ਇੰਨੀ ਜ਼ਿਆਦੀ ਮਾਇਆ ਵੇਖ ਕਰਕੇ ਉਹਨੇ ਗੁਲਾਮਗਿਰੀ ਜਿਹੜੀ ਹੈ ਸਵੀਕਾਰ ਕਰ ਲਈ। ਕਹਿਣ ਲੱਗਾ ਕੋਈ ਗੱਲ ਨਹੀਂ ਹੈ, ਰੋਜ਼ ਮੈਨੂੰ ਮਾਇਆ ਦਿਓ, 5 ਦਮੜਾ ਦਿਓ, ਇਹ ਮੈਂ ਕੰਮ ਕਰਾਂਗਾ। ਇੱਕ ਤਾਂ ਪਿਆਰਿਓ ਗੁਲਾਮੀ ਦੀ ਜੰਜੀਰ ਦੇ ਵਿੱਚ ਜਕੜ ਗਿਆ। ਹੁਣ ਦੂਜੀ ਜਿਹੜੀ ਹੈ ਫਿਰ ਉਹਨੂੰ ਇੱਕ ਲਾਲਚ ਵੀ ਲੱਗ ਗਈ ਕਿ ਜੇ ਮੈਂ ਇਹ ਕਰਾਂਗਾ ਤਾਂ ਫਿਰ ਮੈਂ ਨੌਕਰੀ ਤੋਂ ਹਟ ਸਕਦਾ ਹਾਂ। ਫਿਰ ਨਾਲ ਚਿੰਤਾ ਵੀ ਪੈ ਗਈ ਕਿ ਭਾਈ ਦੀਇਆ ਨੂੰ ਬਾਲਣਾ ਕੰਮ ਕੀ ਹੈ, 2 ਮਿੰਟ ਦਾ ਵੀ ਕੰਮ ਨਹੀਂ ਹੈ। ਉਹ ਫਿਕਰਾਂ ਦੇ ਵਿੱਚ ਪੈ ਗਿਆ। ਫਿਰ ਉਹ ਤੋਂ ਬਾਅਦ ਕਹਿੰਦੇ ਇੱਕ 10-15 ਦਿਨ ਤੋਂ ਬਾਅਦ ਰਾਜੇ ਦੀ ਸਵਾਰੀ ਉਥੋਂ ਲੰਘ ਰਹੀ ਸੀ। ਉਹ ਬੰਦੇ ਨੇ ਵੇਖਿਆ ਹਰ ਵਾਰੀ ਦੀ ਤਰ੍ਹਾਂ ਉਹ ਫਿਰ ਆ ਗਿਆ ਤੇ ਹਾਥੀ ਦੀ ਪੂੰਝ ਫੜ ਕਰਕੇ ਖਿੱਚਣ ਲੱਗਿਆ, ਲੇਕਿਨ ਐਤਕੀ ਹਾਥੀ ਨੇ ਉਹਨੂੰ ਆਪਣੇ ਨਾਲ ਹੀ ਲੈ ਕੇ ਚੱਲ ਗਿਆ। ਕਹਿਣ ਦਾ ਭਾਵ ਕਿ ਇੱਕ ਵਾਰੀ ਪਿਆਰਿਓ ਕੋਈ ਬੰਦਾ ਗੁਲਾਮੀ ਦੀ ਜੰਜੀਰਾਂ ਦੇ ਵਿੱਚ ਜਕੜਿਆ ਜਾਂਦਾ ਹੈ, ਕਿਹਦਾ ਅਧੀਨ ਹੋ ਜਾਂਦਾ ਨਾ, ਫਿਰ ਪਿਆਰਿਓ ਉਹ ਸਦਾ ਵਾਸਤੇ ਗੁਲਾਮ ਰਹਿ ਜਾਂਦਾ, ਉਹਦੀ ਸ਼ਕਤੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਇੱਥੇ ਬਚਨ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ। ਇਹ ਜੋ ਖਾਲਸਾ ਪੰਥ ਜਿਹੜਾ ਪੈਦਾ ਕਰਨਾ ਕੀਤਾ, ਇਹਦੀ ਸਾਜਨਾ ਕੀਤੀ, ਇਹਨਾਂ ਨੂੰ ਫਿਰ ਮਹਾਰਾਜ ਜੀ ਨੇ ਸ਼ਸਤਰਧਾਰੀ ਬਣਾਇਆ ਕਿ ਭਾਈ ਆਪਣੇ ਹੱਕਾਂ ਦੇ ਲਈ ਤੁਸੀਂ ਜੰਗ ਕਰਨਾ ਕਰੋ, ਜੂਝਣਾ ਕਰੋ, ਧਰਮ ਦੇ ਵਾਸਤੇ ਯੁੱਧ ਕਰਨਾ ਹੈ। ਤੇ ਫਿਰ ਜਦੋਂ ਪਿਆਰਿਓ ਆਪਾਂ ਸ਼ਸਤਰਧਾਰੀ ਬਣਦੇ ਆ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ, ਤਾਂ ਉਹ ਕਦੇ ਵੀ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਨਹੀਂ ਪੈ ਸਕਦੇ। ਸਭ ਹਨ ਕੋ ਅਭਿਵੰਦਨ ਕਹਿ ਕੇ ਕਵੀ ਰਾਜ ਕਹਿੰਦੇ ਦੇਖੋ ਕਿੰਨੀ ਜ਼ਿਆਦੀ ਨਿਮਰਤਾ। ਕਹਿੰਦੇ ਸਮੁੱਚਾ ਖਾਲਸਾ ਪੰਥ ਜਿੰਨੇ ਵੀ ਮਾਈ ਭਾਈ ਸਾਰਿਆਂ ਦੇ ਅੱਗੇ ਹੱਥ ਜੋੜ ਕਰਕੇ ਮੈਂ ਅਭਿਵੰਦਨਾ ਕਰਦਾ, ਨਮਸਕਾਰ ਕਰਦਾ। ਕਰੂੰ ਗ੍ਰੰਥ ਚਿੰਤਾ ਉਰਖਵੈ ਕੈ। ਮਨ ਦੇ ਵਿੱਚ ਤਾਂ ਚਿੰਤਾ ਬਹੁਤ ਜ਼ਿਆਦੀ ਹੈ ਕਿ ਭਾਈ ਇਹ ਕੰਮ ਤਾਂ ਮੈਂ ਸ਼ੁਰੂ ਕਰ ਰਿਹਾ, ਕੰਮ ਪੂਰਾ ਹੋਵੇਗਾ ਕਿ ਨਹੀਂ ਹੋਵੇਗਾ। ਲੇਕਿਨ ਮੈਨੂੰ ਪਤਾ, ਮੈਨੂੰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਉੱਤੇ ਵਿਸ਼ਵਾਸ, ਮੈਨੂੰ ਖਾਲਸੇ ਦੀ ਅਰਦਾਸ ਦੇ ਉੱਤੇ ਵਿਸ਼ਵਾਸ। ਤੁਸੀਂ ਅਰਦਾਸ ਕਰੋਗੇ, ਗੁਰੂ ਸਾਹਿਬ ਜੀ ਜਦੋਂ ਕਿਰਪਾ ਵਰਤੇਗੀ, ਇਹ ਕਾਰਜ ਮੇਰਾ, ਇਹ ਗ੍ਰੰਥ ਜਿਹੜਾ ਸੰਪੂਰਨ ਹੋ ਜਾਵੇਗਾ। ਦੋਹਰਾ ਪੁਨਹ ਪੁਨਹ ਕਰ ਕਰ ਨਮੋ ਪਦ ਪੰਕਜ ਗੁਰ ਕੇਰ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਕਹਿੰਦੇ ਪੁਨਹ ਪੁਨਹ, ਬਾਰ-ਬਾਰ ਮੈਂ ਡੰਡੌਤ ਕਰਦਾ ਹਾਂ ਮਹਾਰਾਜ ਆਪ ਜੀ ਦੇ ਚਰਨਾਂ ਦੇ ਉੱਤੇ ਮੈਂ ਬੰਦਨਾ ਕਰਦਾ ਹਾਂ। ਕਲਗੀਧਰ ਪਰ ਹਰ ਅਰਿਨ ਰੰਚ ਕਰੇ ਜਿਨ ਮੇਰ। ਹੇ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਵੈਰੀਆਂ ਦੇ ਨਾਸ਼ ਕਰਤਾ ਹੋ। ਇਸ ਤਰ੍ਹਾਂ ਬਹੁਤ ਸਾਰੇ ਵੈਰੀ ਹਨ। ਕੋਈ ਵੀ ਕੰਮ ਦੇ ਵਿੱਚ ਰੁਕਾਵਟ ਪੈਦਾ ਕਰਨ ਵਾਲਾ ਪਿਆਰਿਓ ਉਹ ਔਰ ਕੋਈ ਨਹੀਂ, ਵੈ ਵੈਰੀ ਹੈ। ਜਿਸ ਤਰ੍ਹਾਂ ਕਿ ਹਿੰਦੂ ਮਤ ਦੇ ਵਿੱਚ ਉਹ ਕਹਿੰਦੇ ਕਿ ਭਾਈ ਵਿਘਨ ਹਰਤਾ ਜਿਹੜਾ ਉਹ ਗਣੇਸ਼ ਨੂੰ ਮੰਨਦੇ। ਕਹਿੰਦੇ ਕੋਈ ਵੀ ਵਿਘਨ ਆ ਜਾਵੇ, ਵਿਘਨ ਨੂੰ ਨਾਸ਼ ਕਰਨ ਵਾਲਾ ਜਿਹੜਾ ਗਣੇਸ਼ ਹੈ। ਇੱਥੇ ਕਵੀ ਰਾਜ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਸਿੱਖਾਂ ਦੇ ਵਿਘਨ ਹਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਸਤਿਗੁਰੂ ਮਹਾਰਾਜ ਜੀ ਨੂੰ ਛੱਡ ਕਰਕੇ ਪਿਆਰਿਓ ਜੇ ਆਪਾਂ ਡੱਕੋ ਡੋਲੇ ਖਾਂਦੇ ਆ, ਕਦੇ ਉੱਥੇ ਚੱਲ ਗਏ, ਕਦੇ ਗਣਪਤੀ ਬਾਪਾ ਮਨਾ ਲਿਆ, ਕਦੇ ਉਹ ਮਨਾ ਲਿਆ, ਦੇਵੀ ਕੋਲ ਚੱਲ ਗਏ, ਕਦੇ ਉੱਥੇ ਚੱਲ ਗਏ, ਤਾਂ ਪਿਆਰਿਓ ਕਾਰਜ ਰਾਸ ਨਹੀਂ ਹੋਣਾ। ਕਵੀ ਰਾਜ ਜੀ ਕੀ ਕਹਿੰਦੇ ਹਨ, ਪਰ ਹਰ ਅਰਨ, ਜਿੰਨੇ ਵੀ ਵੈਰੀ ਹਨ ਸਤਿਗੁਰੂ ਮਹਾਰਾਜ ਇਹ ਰੁਕਾਵਟਾਂ ਪੈਦਾ ਕਰਨ ਵਾਲੇ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆ, ਹੁਣ ਕਿਰਪਾ ਕਰੋ ਇਹ ਵੈਰੀਆਂ ਦਾ ਸੰਘਾਰ ਕਰਨਾ ਕਰੋ। ਕਿਉਂਕਿ ਸਿੱਖਤਾ ਕਨ ਤੇ ਮੇਰ ਕੀ, ਮੇਰਹੁ ਤੇ ਕਣ ਕੀਰ, ਗੁਰੂ ਗੋਬਿੰਦ ਸਿੰਘ ਨਮਾਮ ਮਮ ਕੇਵਲ ਦਾਨੀ ਦੀਨ। ਸਿੱਖਤਾ ਕਣ ਦਾ ਭਾਵ ਹੈ, ਉਹਦਾ ਅਰਥ ਹੈ ਕਿ ਰੇਤੀ ਦਾ ਪਿਆਰਿਓ ਇੱਕ ਕਿਣਕਾ ਜਿਹੜਾ ਹੁੰਦਾ, ਨਿੱਕਾ ਜਿਹਾ ਕਣ ਜਿਹੜਾ ਹੈ, ਹੱਥ ਵਿੱਚ ਵੀ ਆਪਾਂ ਬਹੁਤ ਬਰੀਕੀ ਦੇ ਨਾਲ ਵੇਖਾਂਗੇ, ਜਾਂ ਉਹ ਕੋਈ ਮਾਈਕਰੋਸਕੋਪ ਉਹ ਹੁੰਦਾ ਉਹ ਲਾ ਕਰਕੇ ਵੇਖਾਂਗੇ ਤਾਂ ਉਹ ਨਜ਼ਰ ਆਉਂਦਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ ਤੇ ਮੇਰ ਕੀਓ ਤ੍ਰਿਣ ਤੇ ਮੋਹ ਜਾਏ, ਗਰੀਬ ਨਿਵਾਜ ਨਾ ਦੂਸਰ ਤੋਸੋ। ਭੂਲ ਸ਼ਿਮੋ ਹਮਰੀ ਪ੍ਰਭ ਆਪ ਨਾ ਭੂਲਨ ਹਾਰ ਕਹੂੰ ਕੋ ਮੋਸੋ। ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹ ਦੇਖੀਅਤ ਦਰਬ ਭਰੋਸੋ। या कल मैं सब काल कृपान के भारी पुझान को
ਭਾਰੀ ਭਰੋਸੋ। ਸਤਿਗੁਰੂ ਮਹਾਰਾਜ ਜਿਹੜਾ ਕਿਣ ਕੇ ਤੋਂ ਆਪ ਜੀ ਸੁਮੇਰ ਪਰਬਤ ਵਾਂਗੂ ਬਣਾ ਸਕਦੇ ਹੋ। ਕਬਿਤ ਦੇਨ ਪ੍ਰਹਿਲਾਦ ਪ੍ਰਹਿਲਾਦ ਕੋ ਲਖਿਓ ਸੋ ਦੈਤ। ਹੁਣ ਕਵੀ ਰਾਜ ਜੀ ਨੇ ਪਿਆਰਿਓ ਇੱਕ ਰੂਪਕ ਵਰਤ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਨਾ ਕੀਤਾ। ਪਹਿਲੇ ਪਿਆਰਿਓ ਕਿਉਂਕਿ ਅਖੀਰ ਦੀ ਪੰਕਤੀ ਦੇ ਵਿੱਚ ਇਹ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਕਵੀ ਰਾਜ ਜੀ ਕੀ ਕਹਿਣਾ ਚਾਹੁੰਦੇ ਹਨ। 3 ਪੰਕਤੀਆਂ ਦੇ ਵਿੱਚ ਦ੍ਰਿਸ਼ਟਾਂਤ ਦਿੱਤੇ ਤੇ ਇਹ ਦ੍ਰਿਸ਼ਟਾਂਤ ਵੀ ਪਿਆਰਿਓ ਪਹਿਲਾ ਜਿਹੜਾ ਲਿਆ ਸਤਜੁਗ ਦਾ ਲਿਆ, ਦੂਜਾ ਜਿਹੜਾ ਤ੍ਰੇਤਾ ਦਾ ਲੈਣਾ ਕੀਤਾ ਤੇ ਤੀਜਾ ਜਿਹੜਾ ਹੈ ਉਹ ਦੁਆਪੁਰ ਦਾ ਦ੍ਰਿਸ਼ਟਾਂਤ ਜਿਹੜਾ ਕਵੀ ਰਾਜ ਜੀ ਨੇ ਲਿਆ। ਤੇ ਇਹਦਾ ਅਰਥ ਬਣਦਾ ਦੇਨ ਪ੍ਰਹਿਲਾਦ ਪ੍ਰਹਿਲਾਦ ਕਿਉ ਲਖਿਓ ਸੋ ਦੈਤ। ਭਾਵ ਕਿ 2 ਵਾਰੀ ਪ੍ਰਹਿਲਾਦ ਆਇਆ, ਇੱਕ ਵਾਰੀ ਪ੍ਰਹਿਲਾਦ ਭਗਤ ਦੇ ਵਿੱਚ ਆਪਾਂ ਨੇ ਅਰਥ ਕਰਨਾ ਤੇ ਦੂਜਾ ਜਿਹੜਾ ਪ੍ਰਹਿਲਾਦ ਸ਼ਬਦ ਅਹਿਲਾਦ ਦੇ ਵਿੱਚ, ਅਹਿਲਾਦ ਦਾ ਮਤਲਬ ਕਿ ਪ੍ਰਸੰਨ ਆਨੰਦ ਦੇਣ ਵਾਸਤੇ, ਕਿਉਂਕਿ ਪ੍ਰਹਿਲਾਦ ਭਗਤ ਜਿਹੜਾ ਹੈ ਉਹਦਾ ਪਿਓ ਉਹਦਾ ਬਾਪ ਜਿਹੜਾ ਸੀ ਹਿਰਣਯ ਕਸ਼ਯਪ ਹਰਨਾਕਸ਼ ਜਿਹੜਾ ਆਪਾਂ ਬੋਲਦੇ ਆ ਉਹੀ ਉਹਦਾ ਵੈਰੀ ਬਣ ਗਿਆ, ਦੈਤ ਰਾਜ ਸੀ। ਤੇ ਹਰਨਾਕਸ਼ ਨੇ ਆਪਣੇ ਬੱਚੇ ਨੂੰ ਮਾਰਨ ਦੇ ਵਾਸਤੇ ਕਈ ਯਤਨ ਕਰਨੇ ਕੀਤਾ, ਉਹਦੇ ਨਾਲ ਹੀ ਵੱਜਦੀ ਹੈ। ਤੇ ਉਹਦੀ ਭੈਣ ਦਾ ਨਾਮ ਸੀ ਹੋਲਕਾ ਤੇ ਹੋਲਕਾ ਦੇ ਕੋਲ ਕੋਈ ਇਹੋ ਜਿਹਾ ਸੂਟ ਸੀ, ਅੱਜ ਵੀ ਆਪਾਂ ਵੇਖਦੇ ਆ ਜਿਹੜੇ ਕਈ ਵਾਰੀ ਅੱਗ ਜਿੱਥੇ ਲੱਗ ਜਾਵੇ ਅਗਨੀ ਸ਼ਮਨ ਦਲ ਜਿਹੜਾ ਹੁੰਦਾ ਫਾਇਰ ਬ੍ਰਿਗੇਡ ਵਾਲੇ, ਉਹਨਾਂ ਦੇ ਕੋਲ ਕੁਝ ਇਹੋ ਜਿਹੇ ਕੱਪੜੇ ਹੁੰਦੇ ਹਨ, ਭਾਵੇਂ ਜਿੰਨੀ ਮਰਜ਼ੀ ਅੱਗ ਹੋਵੇ ਉਹ ਅੱਗ ਦੇ ਵਿੱਚ ਸਿੱਧਾ ਚੱਲ ਜਾਣ ਤਾਂ ਵੀ ਪਿਆਰਿਓ ਉਹਨਾਂ ਦਾ ਬਚਾਅ ਹੋ ਜਾਂਦਾ। ਇਸ ਤਰ੍ਹਾਂ ਹੀ ਉਹਦੇ ਕੋਲ ਵੀ ਕੋਈ ਇਹੋ ਜਿਹਾ ਵਸਤਰ ਸੀ। ਉਹਨੇ ਕਿਹਾ ਆਪਣੇ ਭਰਾ ਨੂੰ, ਕਹਿੰਦੀ ਹੈ ਹਰਨਾਕਸ਼ ਨੂੰ, ਤੂੰ ਕਿਉਂ ਫਿਕਰ ਕਰਦਾ, ਇਹ ਬੱਚੇ ਨੂੰ ਮਾਰਨਾ ਨਾ, ਮੈਂ ਕੀ ਕਰਾਂਗੀ, ਅੱਗ ਉਹ ਕੱਪੜਾ ਜਿਹੜਾ ਹੈ ਲੈ ਕਰਕੇ ਬਹਿ ਜਾਵਾਂਗੀ ਅੱਗ ਦੇ ਵਿੱਚ, ਇਹਨੂੰ ਉਸ ਤਰ੍ਹਾਂ ਹੀ ਲੈ ਕਰਕੇ ਅੱਗ ਲੱਗ ਜਾਵੇਗੀ, ਇਹਨੂੰ ਬਾਹਰ ਕਰ ਦੇਵਾਂਗੀ, ਇਹ ਸੜ ਜਾਵੇਗਾ, ਮੈਂ ਬਚ ਜਾਵਾਂਗੀ। ਇਹ ਉਪਾਅ ਕਰਕੇ ਉਹਨੇ ਅੱਗ ਮਚਾ ਕਰਕੇ ਉਹਦੇ ਵਿੱਚ ਚੜ ਗਈ। ਲੇਕਿਨ ਜਦੋਂ ਪਰਮਾਤਮਾ ਬਚਾਉਣ ਵਾਸਤੇ ਆਵੇ ਨਾ ਪਿਆਰਿਓ, ਉਹਨੂੰ ਕੋਈ ਮਾਰ ਨਹੀਂ ਸਕਦਾ। ਇਹੋ ਜੀ ਦੇਵਨੇਤ ਵਰਤੀ ਆ, ਭਾਣਾ ਵਰਤਿਆ। ਜੋ ਕਪੜਾ ਉਹਨੇ ਆਪਣੇ ਉੱਤੇ ਪਾਇਆ ਉਹ ਕਪੜਾ ਪ੍ਰਹਿਲਾਦ ਜੀ ਦੇ ਉੱਤੇ ਪੈ ਗਿਆ ਤੇ ਹੋਲਕਾ ਨੇ ਆਪਣੀ ਲਾਈ ਹੋਈ ਅੱਗ ਦੇ ਵਿੱਚ ਆਪ ਸੜ ਕਰਕੇ ਖਤਮ ਹੋ ਗਈ। ਇਹ ਇੱਕ ਪ੍ਰਤੀਕ ਵੀ ਹੈ। ਜਦੋਂ ਪਿਆਰਿਓ ਆਪਾਂ ਦੂਜਿਆਂ ਦਾ ਘਰ ਸਾੜਨ ਵਾਸਤੇ ਅੱਗ ਲਾਉਂਦੇ ਆ, ਈਰਖਾ ਦੀ ਅੱਗ ਲਾਉਂਦੇ ਆ ਤੇ ਅਖੀਰ ਨੂੰ ਪਿਆਰਿਓ ਉਹ ਲਾਈ ਹੋਈ ਅੱਗ ਦੇ ਵਿੱਚ ਬੰਦਾ ਆਪ ਸੜ ਜਾਂਦਾ। ਇਸ ਕਰਕੇ ਕਹਿੰਦੇ ਨਾ ਕਿ ਭਾਈ ਦੂਜਿਆਂ ਦੇ ਘਰ ਨੂੰ ਅੱਗ ਲਾਉਣ ਦਾ ਮਤਲਬ ਬਾਹਰੀ ਅੱਗ ਨਹੀਂ ਹੈ, ਕਈ ਤਰ੍ਹਾਂ ਦਾ ਬੰਦਾ ਅੱਗ ਲਾਉਂਦਾ ਹੈ ਕਿ ਤੁਸੀਂ ਦੂਜਿਆਂ ਦੇ ਘਰ ਨੂੰ ਸਾੜਨ ਦਾ ਯਤਨ ਕਰੋਗੇ, ਉਹ ਅੱਗ ਦੇ ਵਿੱਚ ਤੁਸੀਂ ਇੱਕ ਦਿਨ ਆਪ ਸੜ ਜਾਣਾ। ਇਸ ਤਰ੍ਹਾਂ ਕਵੀ ਰਾਜ ਜੀ ਕਹਿੰਦੇ ਕਿ ਪ੍ਰਹਿਲਾਦ ਨੂੰ ਆਨੰਦ ਦੇਣ ਵਾਸਤੇ ਦੈਤ ਕੇ ਬਿਦਾਰ ਬੇਕੋ ਰੂਪ ਨਰ ਸਿੰਘ ਕੋ, ਤੇ ਦੈਤ ਨੂੰ ਜਿਹੜਾ ਉਹਦਾ ਪਿਓ ਦੈਤ ਜਿਹੜਾ ਸੀ ਹਰਨਾਕਸ਼ ਨੂੰ ਮਾਰਨ ਵਾਸਤੇ ਜਿਹਨੇ ਵਰ ਮੰਗਣਾ ਕੀਤਾ, ਨਾ ਮੈਂ ਦਿਨੇ ਮਣਾ ਨਾ ਮੈਂ ਰਾਤਰੀ ਨੂੰ ਮਰਾ, ਨਾ ਮੈਂ ਆਕਾਸ਼ ਨਾ ਮੈਂ ਪਤਾਲ ਦੇ ਵਿੱਚ, ਨਾ ਘਰ ਦੇ ਅੰਦਰ ਨਾ ਘਰ ਦੇ ਬਾਹਰ, ਨਾ ਕੋਈ ਪਸ਼ੂ ਮਾਰੇ ਨਾ ਕੋਈ ਪੰਛੀ ਮਾਰੇ, ਨਾ ਕੋਈ ਸ਼ਸਤਰ ਮੈਨੂੰ ਮਾਰੇ, ਨਾ ਕੋਈ ਮੈਨੂੰ ਅਸਤਰ ਮੈਨੂੰ ਮਾਰਨਾ ਕਰੇ। ਫਿਰ ਉਹਦਾ ਤੋੜ ਕੱਢ ਕੇ ਫਿਰ ਭਗਵਾਨ ਜੀ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਉਹਦਾ ਵਧ ਕੀਤਾ ਸੀ। ਹਾਰ ਦੇ ਬਲੀਨ ਕੋ ਜੁਹਾਰ ਲੈ ਬਲੀਨ ਕੋ, ਹੁਣ ਹਾਰ ਦੇ ਬਲੀਨ ਕੋ, ਬਲੀਨ ਦਾ ਮਤਲਬ ਹੈ ਤੇ ਫਿਰ 2 ਵਾਰੀ ਬਲੀਨ ਸ਼ਬਦ ਆਇਆ, ਇੱਕ ਵਾਰੀ ਬਾਲੀ ਤੇ ਇੱਕ ਵਾਰੀ ਸੁਗਰੀਵ ਕਰਕੇ ਇਹਦਾ ਅਰਥ ਕਰਨਾ ਹੈ। ਤੇ ਹਾਰ ਦੇ ਤੁਸਾਂ ਨੇ ਫਿਰ ਰਾਮਚੰਦਰ ਦੇ ਰੂਪ ਦੇ ਵਿੱਚ ਬਾਲੀ ਨੂੰ ਮਾਰਨਾ ਕੀਤਾ ਤੇ ਫਿਰ ਬਾਲੀ ਨੂੰ ਮਾਰ ਕਰਕੇ ਜੁਹਾਰ ਲੈ ਬਲੀਨ ਕੋ, ਫਿਰ ਬਾਲੀ ਦੀ ਥਾਂ ਤੇ ਜੋ ਬੈਠਿਆ ਸੀ ਸੁਗਰੀਵ, ਉਹ ਫਿਰ ਇਹਨਾਂ ਨੂੰ ਰਾਮਚੰਦਰ ਜੀ ਨੂੰ ਜੁਹਾਰੀ ਕੀਤੀ, ਨਮਸਕਾਰ ਕਰਨਾ ਕੀਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਬਾਂਦਰਾਂ ਦੀ ਸੈਨਾ ਤੁਹਾਡੀ ਹੋਈ ਹੈ, ਚਲੋ ਆਪਾਂ ਲੰਕਾ ਦੇ ਉੱਤੇ ਹੱਲਾ ਕਰਨਾ ਕਰੀਏ। ਹਤਨ ਲੰਕ ਪਤ ਰਣ ਰਾਮ ਨਰ ਸਿੰਘ ਕੋ, ਤੇ ਫਿਰ ਸਿੰਘ ਬਣ ਕਰਕੇ ਸ਼ੇਰ ਬਣ ਕਰਕੇ ਇਹ ਬਾਂਦਰਾਂ ਦੀ ਸੈਨਾ ਲੈ ਕਰਕੇ ਰਾਮਚੰਦਰ ਜੀ ਨੇ ਫਿਰ ਲੰਕਾ ਦੇ ਉੱਤੇ ਹੱਲਾ ਕਰਨਾ ਕੀਤਾ ਤੇ ਫਿਰ ਰਾਵਣ ਦਾ ਵਧ ਕੀਤਾ ਹੈ। ਕੁਪਿਤ ਕੁਪਤਪੂਰ ਕਰੇ ਹੈ ਕੁਪਤ ਕੂ, ਫਿਰ ਪਿਆਰਿਓ ਇੱਥੇ ਦੇਖੋ ਕਿੰਨੇ ਸ਼ਬਦ ਕੁਪਤ ਕੁਪਤ ਕਰਕੇ 3-4 ਵਾਰੀ ਪਿਆਰਿਓ ਆਖਦੀ ਪੰਕਤੀ ਦੇ ਵਿੱਚ ਹੀ ਇਹ ਸ਼ਬਦ ਆ ਗਿਆ। ਲੇਕਿਨ ਹਰ ਵਾਰੀ ਪਿਆਰਿਓ ਇਹਦਾ ਅਰਥ ਜਿਹੜਾ ਹੈ ਬਦਲ ਜਾਂਦਾ।
ਕੁਪਿਤ ਦਾ ਭਾਵ ਹੈ ਕਿ ਜਿਹੜੇ ਕਰੂਰ ਵੰਸ਼ੀ ਜਿਹੜੇ ਸਨ, ਕੌਰਵ ਜਿਨ੍ਹਾਂ ਨੂੰ ਬੋਲਦੇ ਹਨ, ਕਰੂ ਇੱਕ ਰਾਜ ਸੀ, ਉਹ ਕਰੂ ਦੇ ਉੱਤੇ ਰਾਜ ਕਰਦੇ, ਇਸ ਕਰਕੇ ਇਹਨਾਂ ਦਾ ਨਾਮ ਕੌਰਵ ਕਰਕੇ ਪੈ ਗਿਆ। ਉਹਨਾਂ ਨੂੰ ਫਿਰ ਕੁਪਿਤ, ਉਹ ਕੌਰਵ ਦੇ, ਉਹ ਕੁਰੂ ਦੇ ਜੋ ਰਾਜੇ ਸਨ ਕੌਰਵ, ਉਹਨਾਂ ਨੂੰ ਕੁਪੱਤ ਕਰਨ ਵਾਸਤੇ, ਉਹਨਾਂ ਦਾ ਨਾਸ਼ ਕਰਨ ਵਾਸਤੇ, ਉਹਨਾਂ ਦੀ ਜਿਹੜੀ ਹੈ ਮਿੱਟੀ ਪਲੀਤ ਕਰਨ ਵਾਸਤੇ ਹੇਰ ਹੇਰ ਹਹਰੇ ਜੂ ਹੇਰ ਮ੍ਰਿਗ ਸਿੰਘ ਕੋ, ਫਿਰ ਹੇਰ 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 ਹਰੀ ਫਿਰ ਤੋਂ ਹੇਰ ਹੇਰ ਹਹਰੇ ਹੇਰ ਹਰ ਹਹਰੇ ਜੂ ਹੇਰ ਮ੍ਰਿਗ ਸਿੰਘ ਕੋ, ਹੇਰ ਹਰ। ਫਿਰ ਕ੍ਰਿਸ਼ਨ ਭਗਵਾਨ ਜੀ ਬਣ ਕਰਕੇ ਤੁਸਾਂ ਨੇ ਉਹ ਕੌਰਵਾਂ ਦਾ ਨਾਸ਼ ਕਰਨਾ ਕੀਤਾ, ਤੇ ਨਾਲ ਜਿਹੜਾ ਆਇਆ ਸੀ ਨਾ ਜਰਾਸਿੰਧ ਆਇਆ, ਕੰਸ ਆਦਿਕ ਆਇਆ, ਉਹਦਾ ਫਿਰ ਸ਼ੇਰ ਬਣ ਕਰਕੇ ਉਹਨਾਂ ਦਾ ਤੁਸਾਂ ਨੇ ਦੁਆਪਰ ਦੇ ਵਿੱਚ ਵੱਧ ਕਰਨਾ ਕੀਤਾ। ਤੈਸੇ ਤੇਜ ਤਰ ਤੇ ਤੁਰਕ, ਇਹ ਸਤਯੁਗ ਦੇ ਵਿੱਚ ਨਰਸਿੰਘ ਦੇ ਰੂਪ ਦੇ ਵਿੱਚ, ਦੁਆਪਰ ਦੇ ਵਿੱਚ ਰਾਮਚੰਦਰ ਜੀ ਦੇ ਰੂਪ ਵਿੱਚ, ਤੇ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ, ਤੇ ਤ੍ਰੇਤੇ ਦੇ ਵਿੱਚ ਰਾਮਚੰਦਰ ਦੇ ਰੂਪ ਦੇ ਵਿੱਚ ਤੁਸਾਂ ਨੇ ਆਸੁਰਾਂ ਦਾ ਵੱਧ ਕਰਨਾ ਕੀਤਾ। ਹੁਣ ਸਤਿਗੁਰੂ ਮਹਾਰਾਜ ਕਲਯੁਗ ਦੇ ਵਿੱਚ ਇਹ ਤੁਰਕ ਰੂਪੀ ਆਸੁਰ ਆ ਗਏ। ਇਹਨਾਂ ਨੂੰ ਨਾਸ਼ ਕਰਨ ਵਾਸਤੇ, ਇਹਨਾਂ ਦਾ ਤੇਜ ਖਤਮ ਕਰਨ ਵਾਸਤੇ, ਇਹਨਾਂ ਦੀਆਂ ਜੜਾਂ ਪੁੱਟਣ ਵਾਸਤੇ ਜਗ ਮੈਂ ਜਨਮ ਪਾਇਓ ਸ਼੍ਰੀ ਗੋਬਿੰਦ ਸਿੰਘ ਕੋ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਆਪ ਜੀ ਦਾ ਪ੍ਰਕਾਸ਼, ਆਪ ਜੀ ਦਾ ਜਨਮ ਹੀ ਜਿਹੜਾ ਇਸ ਕਰਕੇ ਹੋਇਆ ਹੈ। ਮਹਾਰਾਜ ਜੀ ਨੇ ਕਿਹਾ ਨਾ ਕਿ ਇਹ ਕਾਰਨ ਪ੍ਰਭ ਮੋਹੇ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ। ਇਹ ਕਾਰਨ ਵਾਸਤੇ ਕਿ ਭਾਈ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਧਰਮ ਚਲਾਉਣ ਵਾਸਤੇ ਤੇ ਸੰਤਾਂ ਨੂੰ ਉਬਾਰਨ ਵਾਸਤੇ, ਦੁਸ਼ਟਾਂ ਦੀ ਜੜ ਪੁੱਟਣ ਵਾਸਤੇ ਸਾਡਾ ਆਉਣਾ, ਸਾਡਾ ਜਨਮ ਸੰਸਾਰ ਦੇ ਵਿੱਚ ਹੋਇਆ। ਸਭਈਆ ਰਸ ਬੀਰ ਭਰੇ ਜਨ ਧੀਰ ਕਰੇ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕਰਨਾ ਕੀਤਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਹੋ ਜਿਹੇ ਚਰਿੱਤਰ ਹਨ। ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀਰ ਰਸ ਦੇ ਵਿੱਚ ਆ ਕਰਕੇ ਵੈਰੀਆਂ ਦੇ ਨਾਲ ਜੰਗ ਕਰਦੇ, ਕਦੇ ਧੀਰਜ ਧਾਰਨ ਕਰਕੇ, ਸੰਤੋਖ ਧਾਰਨ ਕਰਕੇ ਬਹਿੰਦੇ ਹਨ। ਬਹੁ ਪੀਰ ਹਰੇ ਪਾਉ ਫੰਦਨ ਕੇ, ਤੇ ਸੰਸਾਰ ਦੇ ਫੰਦਿਆਂ ਦੇ ਵਿੱਚ ਜੋ ਫਸਿਆ ਹੋਇਆ, ਜਾਲਾਂ ਦੇ ਵਿੱਚ ਫਸਿਆ ਹੋਇਆ, ਉਹਨਾਂ ਦੀ ਪੀੜਾ ਨੂੰ ਦੂਰ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਸੁਖ ਮੂਲ ਪਲੇ ਅਨੁਕੂਲ ਢਲੇ, ਸੁੱਖਾਂ ਦਾ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਮੂਲ ਹੋ, ਤੇ ਅਨੁਕੂਲਤਾ ਦੇ ਵਿੱਚ ਆਪ ਜੀ ਢਲੇ ਹੋਏ ਹੋ। ਰਿਪ ਸੂਲ ਮੇਲੇ ਅਗ ਕੰਦਨ ਕੇ, ਤੇ ਰਿਪ ਨੂੰ ਸੂਲ ਬਣ ਕਰਕੇ, ਵੈਰੀ ਨੂੰ ਸਤਿਗੁਰੂ ਮਹਾਰਾਜ ਤੁਸੀਂ ਸੂਲ ਬਣ ਕਰਕੇ, ਕੰਡੇ ਬਣ ਕਰਕੇ ਆਪ ਜੀ ਮਿਲਦੇ ਹੋ। ਤੇ ਇਸ ਬਾਬਤ ਪਿਆਰਿਓ ਇੱਕ ਇਤਿਹਾਸ ਦੇ ਵਿੱਚੋਂ ਕਥਾ ਯਾਦ ਆ ਰਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਬੈਠੇ ਹੋਏ ਹਨ। ਸੂਰਬੀਰ ਬਹਾਦਰ ਗੁਰੂ ਕੇ ਸਿੰਘ ਦੀਵਾਨ ਦੇ ਵਿੱਚ ਸਜੇ ਹੋਏ, ਤਿਆਰ ਪਰ ਤਿਆਰ ਬੈਠੇ ਹੋਏ, ਚੜ੍ਹਦੀ ਕਲਾ ਵਾਲੇ, ਇੱਕ ਦੋ ਇੱਕ ਚੜਨ ਦੀਆਂ ਗੁਰੂ ਕੀਆਂ ਫੌਜਾਂ ਬੈਠੀਆਂ ਹੋਈਆਂ। ਇਹੋ ਜੀ ਸ਼ੋਭਾ ਹੋ ਰਹੀ ਹੈ ਜਿਹਦੇ ਅੱਗੇ ਅਮਰਾਵਤੀ ਦਾ ਰਾਜਾ ਇੰਦਰ ਵੀ ਫਿੱਕਾ ਪੈ ਜਾਵੇ, ਹਿੰਦੁਸਤਾਨ ਦਾ ਬਾਦਸ਼ਾਹ ਵੀ ਫਿੱਕਾ ਪੈ ਜਾਵੇ। ਤੇ ਆਪਾਂ ਕੀ ਕਰਦੇ ਹਾਂ ਪਿਆਰਿਓ, ਇੱਕ ਗੱਲ ਆਪ ਜੀ ਯਾਦ ਰੱਖੋ ਕਿ ਕੋਈ ਬਹੁਤ ਜ਼ਿਆਦਾ ਖੂਬਸੂਰਤ ਚੀਜ਼ ਹੋਵੇ ਨਾ, ਇਹ ਵੀ ਪਿਆਰਿਓ ਗੱਲ ਜਿਹੜੀ ਹੈ ਮੰਨਣ ਯੋਗ ਹੈ। ਤੇ ਕਈ ਵਾਰੀ ਕੀ ਹੁੰਦਾ, ਉਹਨੂੰ ਫਿਰ ਕਈਆਂ ਦੀ ਡੀਠ ਲੱਗ ਜਾਂਦੀ ਹੈ, ਨਜ਼ਰ ਲੱਗ ਜਾਂਦੀ ਹੈ। ਜਿਸ ਤਰ੍ਹਾਂ ਕਿ ਬਚਪਨ ਦੇ ਵਿੱਚ ਮਾਂ ਕੀ ਕਰਦੀ ਹੈ, ਬੱਚੇ ਬਹੁਤ ਸੋਹਣੇ ਹੋਣ, ਜੇ ਬੱਚਾ ਪਹਿਲੇ ਪਿਆਰਿਓ ਕਾਲਾ ਪੀੜਾ ਜਾ ਹੋਵੇ ਤੇ ਕੋਈ ਨਜ਼ਰ ਬੱਟੂ ਨਹੀਂ ਲਾਉਂਦਾ। ਹਾਂ, ਬੜਾ ਸੋਹਣਾ ਸੁਨੱਖਾ ਹੋਵੇ, ਵਧੀਆ ਗੱਭਰੂ ਜਵਾਨ ਹੋਵੇ, ਤੇ ਮਾਵਾਂ ਕੀ ਕਰਦੀਆਂ, ਬੇਟਾ ਤੈਨੂੰ ਕਿਹਦੀ ਨਜ਼ਰ ਨਾ ਲੱਗ ਜਾਵੇ, ਉਹਨੂੰ ਫਿਰ ਨਜ਼ਰ ਬੱਟੂ ਲਾਉਂਦੇ ਹਨ। ਤੇ ਭਾਈ ਸੁਥਰਾ ਜੀ ਨੇ ਵੇਖਿਆ, ਉਹ ਇਹੋ ਜਿਹੇ ਕੋਈ ਕਮਾਲ ਦੇ ਕੰਮ ਕਰਦੇ ਸਨ। ਤੇ ਸਤਿਗੁਰੂ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ, ਸਾਰੇ ਗੁਰੂ ਕੇ ਸਿੰਘ ਬੈਠੇ ਹੋਏ ਹਨ। ਤਾਂ ਭਾਈ ਸੁਥਰਾ ਜੀ ਪੂਰੇ ਆਪਣੇ ਸਰੀਰ ਨੂੰ ਕਾਲਖ ਮਲ ਕਰਕੇ, ਚਿਹਰਾ ਵੀ ਕਾਲਾ, ਸਰੀਰ ਵੀ ਕਾਲਾ ਕਰਕੇ ਆ ਕਰਕੇ ਬੈਠ ਗਏ। ਤੇ ਵੇਖ ਕਰਕੇ ਸਾਰੇ ਹੱਸਦੇ ਸਨ ਕਿ ਭਾਈ ਅੱਜ ਪਤਾ ਨਹੀਂ ਭਾਈ ਸੁਥਰਾ ਜੀ ਨੇ ਕੀ ਡਰਾਮਾ ਕਰਨਾ ਹੈ, ਕੀ ਸਾਨੂੰ ਸਿੱਖਿਆ ਦੇਣੀ ਹੈ। ਸਾਰੇ ਹੱਸ ਰਹੇ ਸਨ, ਪੂਰੇ ਦੀਵਾਨ ਦੇ ਵਿੱਚ ਹੱਸੀ ਦਾ ਮਾਹੌਲ ਛਾ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਨੇ ਪੁੱਛਿਆ
ਕਿ ਸੁਥਰਾ ਜੀ ਇਹ ਕੀ ਕਾਰਨ ਹੈ, ਕਿਉਂ ਆਪਣੇ ਸਰੀਰ ਦੇ ਉੱਤੇ ਕਾਲਖ ਮਲ ਕੇ ਆਏ ਹੋ? ਤੇ ਕਹਿੰਦੇ ਸਤਿਗੁਰੂ ਮਹਾਰਾਜ ਦੇਖੋ ਕਿੰਨਾ ਸੋਹਣਾ ਦੀਵਾਨ ਸੱਜ ਰਿਹਾ, ਇਹਨੂੰ ਕਿੱਥੇ ਦੁਰਕਾਂ ਦੀ, ਇਹ ਪਹਾੜੀਆਂ ਦੀ, ਪਾਪੀਆਂ ਦੀ ਨਜ਼ਰ ਨਾ ਲੱਗ ਜਾਵੇ, ਇਸ ਕਰਕੇ ਮੈਂ ਨਜ਼ਰ ਬੱਟੂ ਬਣ ਕੇ ਆਇਆ ਹਾਂ ਕਿ ਭਾਈ ਸਿੱਖਾਂ ਨੂੰ ਕਿਹਦੀ ਨਜ਼ਰ ਨਾ ਲੱਗ ਜਾਵੇ, ਗੁਰੂ ਕੇ ਦੀਵਾਨ ਨੂੰ ਕਿਹਦੀ ਨਜ਼ਰ ਨਾ ਲੱਗ ਜਾਵੇ। ਤਾਂ ਗੰਭੀਰ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਸੁਥਰਾ ਜੀ ਜਿਹੜੇ ਜਲਦੇ ਹਨ ਨਾ, ਤੇ ਉਹਨੂੰ ਸੂਲ ਬਣ ਕੇ ਉਹਨਾਂ ਦੇ ਅੱਖਾਂ ਦੇ ਵਿੱਚ ਰਿੜਨਾ ਚਾਹੀਦਾ। ਜਿਹੜੇ ਪ੍ਰੇਮ ਕਰਦੇ ਹਨ ਉਹਨਾਂ ਦੇ ਉੱਤੇ ਵਾਰੇ ਜਾਣਾ ਚਾਹੀਦਾ। ਜਿਹੜੇ ਜਲਦੇ ਹਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੂਲ ਬਣ ਕਰਕੇ, ਜਿਸ ਤਰ੍ਹਾਂ ਅੱਖਾਂ ਦੇ ਵਿੱਚ ਸੂਲ ਪੈ ਜਾਵੇ, ਕੋਈ ਪੱਥਰ ਵੱਜੀ ਜਾਂਦਾ। ਜਿਹੜਾ ਈਰਖਾ ਕਰਦਾ, ਦਵੈਸ਼ ਕਰਦਾ, ਤੇ ਫਿਰ ਜਿਹੜਾ ਵੈਰਪਨ ਰੱਖਦਾ, ਉਹਦੇ ਅੱਖਾਂ ਦੇ ਵਿੱਚ ਤਾਂ ਫਿਰ ਸੂਲ ਬਣ ਕੇ ਹੀ ਚੁਭਣਾ ਚਾਹੀਦਾ। ਹੁਣ ਕਵੀ ਰਾਜ ਜੀ ਵੀ ਇੱਥੇ ਉਹੀ ਬਚਨ ਕਰਦੇ ਹਨ, ਰਿਪ ਸੂਲ ਮਿਲੇ। ਸਤਿਗੁਰੂ ਮਹਾਰਾਜ ਜਿਹੜੇ ਵੈਰੀ ਹਨ ਉਹਨਾਂ ਨੂੰ ਆਪ ਜੀ ਕੰਡਿਆਂ ਵਾਂਗੂ, ਸੂਲ ਵਾਂਗੂ ਆਪ ਜੀ ਚੁਭਦੇ ਹੋ ਤੇ ਪਾਪਾਂ ਦੇ ਨਾਸ਼ ਕਰਤਾ ਹੋ। ਸਿੱਖ ਪਾਠ ਹਿਲੇ ਦੁਖ ਦੋਖ ਦਲੇ। ਸਿੱਖ ਪਾਠ ਹਿਲੇ। ਸਤਿਗੁਰੂ ਮਹਾਰਾਜ ਜਦੋਂ ਸਿੱਖ ਪਾਠ ਕਰਦੇ ਹਨ, ਜਦੋਂ ਉਹ ਬਾਣੀ ਦਾ ਜਾਪ ਕਰਦੇ ਤੇ ਆਪ ਜੀ ਪ੍ਰਸੰਨ ਹੋ ਜਾਂਦੇ ਉਹਨਾਂ ਦੇ ਉੱਤੇ, ਤੇ ਉਹਨਾਂ ਦੇ ਦੁੱਖ ਦੋਖ ਆਪ ਜੀ ਖਤਮ ਕਰ ਦਿੰਦੇ। ਕਰ ਕਾਜ ਚੱਲੇ ਸੋ ਆਨੰਦਨ ਕੇ। ਫਿਰ ਆਪ ਵਰਤ ਕਰਕੇ ਉਹਨਾਂ ਦੇ ਕਾਰਜ ਜੋ ਜੋ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਤੇ ਜਿਹੜਾ ਵੀ ਆਪ ਜੀ ਦੀ ਭਗਤ ਕਰਦਾ ਹੈ ਉਹਦੇ ਫਿਰ ਆਪ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕਰਕੇ ਉਹਦੇ ਕਾਰਜ ਰਾਸ ਕਰ ਦਿੰਦੇ ਹੋ। ਅਤਿ ਮਿੱਤਰ ਪਵਿੱਤਰ ਬਚਿੱਤਰ ਚਰਿਤ੍ਰ। ਸਤਿਗੁਰੂ ਮਹਾਰਾਜ ਆਪ ਜੀ ਪਰਮ ਮਿੱਤਰ ਹੋ, ਪਵਿੱਤਰ ਹੋ, ਸੁਪਨ ਚਰਿਤ੍ਰ ਚਿਤਰਬਾਨ ਕੇ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਹੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ, ਮੁਖ ਬਚਨ ਰਸਾਲ ਮਧ ਮਧੁਰ ਪਿਆਏ ਹੈ। ਸੋਬਤ ਸੇ ਜਾਸਨ ਬੀਰਾਸਨ ਦੇ ਅੰਕ ਮਾਲ, ਪ੍ਰੇਮ ਰੰਗ ਬਿਸਮ ਹੋਏ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਨ ਅੱਖੀਆਂ ਉਘਰ ਗਈ, ਭਾਈ ਜਲ ਮੀਨ ਗਤ ਬਿਰਹ ਜਗਾਏ ਹੈ। ਇਹ ਆਪ ਜੀ ਦੀ ਅਵਸਥਾ। ਤੇਗ ਬਹਾਦਰ ਨੰਦਨ ਕੇ। ਹੇ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨੰਦਨ ਭਾਵ ਕੇ ਉਹਨਾਂ ਦੇ ਲਖਤੇ ਜਿਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਸ ਤਰ੍ਹਾਂ ਆਪ ਜੀ ਦਾ ਜਸ ਹੋ ਰਿਹਾ ਹੈ। ਸਭਈਆ ਥਿਤ ਦਾ ਚਿਤ ਕੀ, ਨਿਤ ਦਾ ਬਿਤ ਕੀ। ਹੁਣ ਇਹ ਕਥਾ ਦਾ ਮੰਗਲ ਕਰਦੇ ਹਨ। ਸਤਿਗੁਰੂ ਮਹਾਰਾਜ ਜੀ ਦੀ ਕਥਾ ਪਿਆਰਿਓ ਕਿਹੋ ਜੀ ਰਸਾਲ ਕਥਾ ਹੈ। ਥਿਤ ਦਾ ਚਿਤ ਦੀ ਭਾਵ ਕੇ ਜਿਹੜਾ ਚਿੱਤ ਜਿਹੜਾ ਨਾ ਪਿਆਰਿਓ ਸਾਡਾ ਸਦਾ ਡੋਲੀ ਜਾਂਦਾ, ਕਦੇ ਕਿੱਥੇ ਭਟਕਦਾ, ਕਦੇ ਕਿੱਥੇ ਭਟਕਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਜਦੋਂ ਆਪਾਂ ਕਥਾ ਸੁਣਦੇ ਆ, ਉਹ ਮਨ ਜਿਹੜਾ ਕਈ ਵਾਰੀ ਟਿਕ ਜਾਂਦਾ। ਕਈ ਵਾਰੀ ਤਾਂ ਪਿਆਰਿਓ ਕਥਾ ਦੇ ਵਿੱਚ ਮਹਾਰਾਜ ਜੀ ਦੀਆਂ ਸਾਖੀਆਂ ਦੇ ਵਿੱਚ ਇੰਨਾ ਰਸ ਆਉਂਦਾ, ਪਤਾ ਹੀ ਨਹੀਂ ਲੱਗਦਾ ਕਿ ਭਾਈ ਘੰਟਾ ਕਿੱਥੇ ਬਤੀਤ ਹੋ ਗਿਆ, ਕਿਉਂਕਿ ਚਿੱਤ ਨੂੰ ਇਹ ਥਿਤ ਦੇ ਦਿੰਦੇ ਹਨ। ਨਿਤ ਦਾ ਬਿਤ ਦੀ, ਬਿਤ ਕੀ ਭਾਵ ਕੇ ਬਿਤ ਦਾ ਮਤਲਬ ਮਾਇਆ। ਜਿਹੜਾ ਇਹ ਕਥਾ ਨੂੰ ਸੁਣਦਾ ਨਾ, ਉਹਨਾਂ ਦੇ ਘਰ ਦੇ ਵਿੱਚ ਕੋਈ ਟੋਟਾ ਨਹੀਂ ਹੁੰਦਾ, ਤਨ ਤਹਾਨ ਦੇ ਨਾਲ ਘਰ ਉਹਨਾਂ ਦੇ ਭਰ ਜਾਂਦੇ ਹਨ। ਹਿਤ ਦਾ ਕਿਤ ਕੀ ਸੁਨ ਹਿੰਤ ਜਰੀ। ਤੇ ਹਿਤ ਦਾ ਕਿਤ ਕੀ, ਸਾਰਿਆਂ ਦੀ ਇਹ ਹਿਤਦਾਇਕ ਹੈ। ਤੇ ਜਿਹਨੂੰ ਸੁਣ ਕਰਕੇ ਹੰਗਤਾ ਜਿਹੜੀ ਹੈ, ਅਹੰਕਾਰ ਖਤਮ ਹੋ ਜਾਂਦਾ। ਸ਼ਰਧਾ ਗੁਰ ਕੀ ਸੁਧਤਾ ਉਰ ਕੀ। ਇਹ ਕਥਾ ਨੂੰ ਸਰਵਣ ਕਰਨ ਦੇ ਨਾਲ ਗੁਰੂ ਦੀ ਸ਼ਰਧਾ ਮਨ ਦੇ ਵਿੱਚ ਜਾਗਰਤ ਹੁੰਦੀ ਹੈ ਤੇ ਹਿਰਦੇ ਦੇ ਵਿੱਚ ਗੁਰੂ ਦੀ ਸੋਝੀ ਹੋ ਜਾਂਦੀ ਹੈ। ਹਰਤਾ ਜੁਰ ਕੀ ਸੁਖ ਪੁੰਜ ਜਰੀ। ਹਰਤਾ ਜਰ ਕੀ, ਜੋ ਜਰ ਲੱਗਦਾ ਨਾ, ਜੋ ਰੋਗ ਲੱਗਦਾ ਜਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਕਾੜ ਕੁਠਾਰ ਪਿੱਤ ਬਾਦ ਹੰਤਾ, ਔਖਦ ਹਰ ਕੋ ਨਾਮ। ਤੀਨੇ ਤਾਪ ਨਿਵਾਰਨ ਹਾਰਾ, ਦੁਖ ਅੰਤਾ ਸੁਖ ਰਾਸ। ਤਾਂ ਕੋ ਬਿਘਨ ਨਾ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਜਿਹੜਾ ਵੀ ਇਹ ਕਥਾ ਨੂੰ ਸੁਣਦਾ ਤੇ ਉਹਦੇ ਤਿੰਨ ਤਾਪ ਖਤਮ ਹੋ ਜਾਂਦੇ ਹਨ। ਸਭ ਸਾਰ ਮਥਾ ਕ੍ਰਿਤ ਲੀਨ ਜਥਾ। ਤੇ ਇਹ ਸੁੱਖਾਂ ਨੂੰ ਦੇਣ ਵਾਲੀ ਹੈ। ਤੇ ਕਵੀ ਰਾਜ ਜੀ ਕਹਿੰਦੇ ਮੈਨੇ ਸਾਰ ਨੂੰ ਮੱਥ ਕਰਕੇ, ਜਿਸ ਤਰ੍ਹਾਂ ਪਿਆਰਿਓ ਦੁੱਧ ਹੁੰਦਾ, ਦੁੱਧ ਸਾਰ ਨਹੀਂ ਹੈ। ਦੁੱਧ ਨੂੰ ਆਪਾਂ ਜਾਗ ਲਾਉਂਦੇ ਆ, ਗਰਮ ਕਰਦੇ ਆ, ਜੋ ਤੇ ਮਲਾਈ ਆਉਂਦੀ ਹੈ, ਉਹਨੂੰ ਫਿਰ ਰੱਖ ਕਰਕੇ ਉਹਨੂੰ ਰੇੜਦੇ ਆ, ਰਿੜਕਦੇ ਆ, ਉਹਦੇ ਵਿੱਚੋਂ ਮੱਖਣ ਨਿਕਲਦਾ। ਫਿਰ ਪਿਆਰਿਓ ਮੱਖਣ ਨੂੰ ਵੀ ਆਪਾਂ ਸਿੱਧਾ ਨਹੀਂ ਵਰਤਦੇ, ਫਿਰ ਉਹਨੂੰ ਅੱਗ ਦੇ ਉੱਤੇ ਚਾੜ ਕਰਕੇ ਉਹਨੂੰ ਫਿਰ ਗਰਮ ਤੱਤਾ ਕੀਤਾ ਜਾਂਦਾ। ਉਹਦੇ ਵਿੱਚੋਂ ਫਿਰ ਪੂਰਾ ਪਾਣੀ ਜਦੋਂ ਨਿਕਲ ਜਾਵੇ, ਫਿਰ ਸਾਰ ਰਹਿ ਜਾਂਦਾ, ਘਿਓ ਰਹਿ ਜਾਂਦਾ। ਇਸ ਤਰ੍ਹਾਂ ਹੀ ਕਥਾ ਤਾਂ ਬਹੁਤ ਵੱਡੀ ਸੀ, ਲੇਕਿਨ ਉਹਦੇ ਵਿੱਚ ਸਾਰ ਤੱਤ ਜਿਹੜਾ ਹੈ,
ਜਿਸ ਤਰ੍ਹਾਂ ਦੁੱਧ ਦਾ ਸਾਰ ਕੀ ਹੈ ਘਿਓ, ਇਸ ਤਰ੍ਹਾਂ ਇਹ ਕਥਾ ਜਿੰਨੇ ਵੀ ਕੋਈ ਇਤਿਹਾਸ ਗ੍ਰੰਥ ਸਨ ਉਹਨਾਂ ਦੇ ਵਿੱਚੋਂ ਮੈਨੇ ਸਾਰ ਤੱਤ ਲੈ ਕਰਕੇ ਘਿਓ ਵਾਂਗੂ ਇਹ ਚਾਰੂ ਕਥਾ ਅਜਰਾਨ ਜਰੀ। ਇਹ ਜੋ ਵਧੀਆ ਜੋ ਚਾਰੂ ਕਥਾ, ਬੜੀ ਸੁੰਦਰ ਕਥਾ ਜੋ ਅਜਰ ਨੂੰ ਜਰਨ ਵਾਲੀ ਹੈ, ਇਸ ਕਥਾ ਦੇ ਵਿੱਚ ਗ੍ਰੰਥ ਦੇ ਵਿੱਚ ਉਹ ਸਾਰ ਤੱਤ ਸਾਖੀਆਂ ਨੂੰ ਮੈਨੇ ਸੰਮਿਲਿਤ ਕਰਨਾ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੇ ਗੁਣ ਤਾਂ ਬਹੁਤ ਜ਼ਿਆਦੇ ਹਨ ਤੇ ਆਪ ਜੀ ਮੁਕਤੀ ਦੇ ਦਾਤੇ ਹੋ। ਆਨੰਦਕ ਚਾਰੂ ਜਰਾਉ ਜਰੀ। ਤੇ ਆਪ ਜੀ ਦੀ ਇਹ ਜੋ ਕਥਾ ਹੈ ਆਨੰਦ ਨੂੰ ਦੇਣ ਵਾਲੀ ਹੈ, ਸੋਹਣੇ ਜਰਾਂ ਦੇ ਵਿੱਚ ਜਰੀ ਹੋਈ ਹੈ। ਕਬਿਤ ਸ੍ਰੀ ਗੁਰੂ ਜਗਤ ਪਤ ਜਗਤ ਸਧਨ ਮਾਨ। ਹੁਣ ਅੱਗੇ ਦੱਸਦੇ ਹਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਤੇ ਖਾਲਸਾ ਕਲਪ ਵਿਰਿਸ਼ ਦੇ ਰੂਪ, ਇਹ ਰੂਪ ਦੇ ਵਿੱਚ ਰੂਪਕ ਦੇ ਵਿੱਚ ਉਹਨਾਂ ਨੇ ਅਲੰਕਾਰ ਇਹ ਮੰਗਲ ਪੇਸ਼ ਕਰਨਾ ਕੀਤਾ ਕਿ ਸ੍ਰੀ ਗੁਰ ਜਗਤ ਪਤ ਜਗਤ ਸਧਨ ਮਾਂਝ। हे ਸਤਿਗੁਰੂ ਸੱਚੇ ਪਾਤਸ਼ਾਹ, ਸਾਰੇ ਜਗਤ ਦੇ ਆਪ ਜੀ ਪਤ ਮਾਲਕ ਹੋ ਤੇ ਜਗਤ ਰੂਪੀ ਘਰ ਦੇ ਵਿੱਚ ਹਿੰਦਵਾਨ ਅਜਰ ਬਿਰਾਜਬੇ ਕੀ ਲਾਲਸਾ। ਆਪ ਜੀ ਨੇ ਕੀ ਕਰਨਾ ਕੀਤਾ, ਇਹ ਹਿੰਦੁਸਤਾਨ ਦੀ ਰਾਖੀ ਕਰਨ ਵਾਸਤੇ, ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਸਤਿਗੁਰੂ ਮਹਾਰਾਜ ਆਪ ਜੀ ਦੀ ਮਨ ਦੀ ਇਹ ਲਾਲਸਾ ਹੈ। ਆਪ ਜੀ ਨੇ ਇਹ ਧਰਮ ਨੂੰ ਬਚਾਉਣਾ ਕੀਤਾ। ਪਿਆਰਿਓ, ਇੱਕ ਗੱਲ ਚੇਤੇ ਰੱਖਣਾ ਕਰੋ, ਭਾਵੇਂ ਜੋ ਮਰਜ਼ੀ ਹੋ ਜਾਵੇ, ਸਤਿਗੁਰੂ ਮਹਾਰਾਜ ਜੀ ਦਾ ਖਾਲਸੇ ਦਾ ਇਹ ਭਾਰਤ ਵਰਸ਼ ਦੇ ਲੋਕ ਦੇਣ ਨਹੀਂ ਦੇ ਸਕਦੇ ਹਨ। ਅੱਜ ਵੀ ਕਈ ਜਿਹੜੇ ਉੱਚੇ ਸੁੱਚੇ ਕਵੀ ਜੋ ਧਰਮ ਦੇ ਕੱਟੜਵਾਦ ਦੇ ਵਿੱਚ ਨਹੀਂ ਫਸੇ ਹੋਏ, ਉਹ ਕਹਿੰਦੇ ਕਿ ਭਾਈ ਅੱਜ ਹਿੰਦੂਓ ਤੁਸੀਂ ਜੀਵਤ ਹੋ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਮਿਹਰ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਹੁੰਦੇ ਤਾਂ ਫਿਰ ਇਹ ਹਿੰਦੂ ਧਰਮ ਖਤਮ ਹੋ ਜਾਣਾ ਸੀ। ਜੋਗੀ ਅੱਲਾ ਯਾਰ ਖਾਂ ਜੋ ਆਪ ਮੁਸਲਮਾਨ ਸੀ ਤੇ ਉਹ ਕਹਿੰਦੇ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ, ਬਾਤ ਕਰੂੰ ਅਬ ਕੀ। ਅਗਰ ਗੁਰੂ ਗੋਬਿੰਦ ਸਿੰਘ ਨਾ ਹੋਤੇ तो सुन्नत होती सबकी। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਹੀਂ ਹੁੰਦੇ ਤੇ ਅੱਜ ਜੋ ਤੁਸੀਂ ਬੜਾ ਬੋਲਦੇ ਕਿ ਭਾਈ ਗਰਭ ਸੇ ਬੋਲੋ ਕਿ ਭਾਈ ਅਸੀਂ ਹਿੰਦੂ ਆ, ਤੁਸੀਂ ਕਹਿ ਨਹੀਂ ਸਕਦੇ। ਖਤਮ ਹੋ ਜਾਣਾ ਸੀ, ਧਰਮ ਗਰਕ ਜਾਣਾ ਸੀ, ਧਰਮ ਅਸਥਾਨ ਤੁਹਾਡੇ ਖਤਮ ਹੋ ਜਾਣੇ ਸਨ। ਅੱਜ ਜੇ ਤੁਹਾਡਾ ਪੰਥ ਜਿਹੜਾ ਜੀਵਤ ਹੈ, ਅੱਜ ਹਿੰਦੁਸਤਾਨ ਦੀ ਇੱਕ ਸੀਮਾ ਜਿਹੜੀ ਹੈ ਬਰਕਰਾਰ ਹੈ, ਇੱਥੇ ਧਰਮ ਜੇ ਪ੍ਰਫੁੱਲਿਤ ਹੋ ਰਿਹਾ, ਉਹਦਾ ਸਭ ਤੋਂ ਵੱਡਾ ਦੇਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ। ਸੁਰਤਨ ਬੀਜ ਤੇ ਅੰਕੁਰ ਪਇਓ ਮਹਾਜੁਧ। ਤੇ ਸੁਰਤਨ ਰੂਪੀ ਬੀਜ, ਸੂਰਮਤਾਈ ਰੂਪੀ ਬੀਜ ਦੇ ਨਾਲ ਇਹ ਜਿਹੜਾ ਹੈ ਖਾਲਸਾ ਪੰਥ ਇਹ ਅੰਕੁਰਿਤ ਹੋਇਆ ਹੈ। ਅੰਮ੍ਰਿਤ ਕੋ ਦੇਨ ਤੁਚਾ ਬ੍ਰਿਧਤ ਨਿਰਾਲਸਾ। ਤੇ ਅੰਮ੍ਰਿਤ ਕੋ ਦੇਨ ਤੁਚਾ, ਫਿਰ ਜਦੋਂ ਦਰਖਤ ਹੋ ਜਾਵੇ ਨਾ ਤਾਂ ਪਿਆਰਿਓ ਸਭ ਤੋਂ ਪਹਿਲੇ ਦਰਖਤ ਨੂੰ ਛਾਲ ਲੱਗਦੀ ਹੈ, ਛਾਲ ਆਉਂਦੀ ਹੈ, ਉਹ ਅੰਮ੍ਰਿਤ ਰੂਪੀ ਛਾਲ ਉਹ ਫਿਰ ਦਰਖਤ ਦੀ ਰਾਖੀ ਕਰਦੀ ਹੈ। ਇਸ ਤਰ੍ਹਾਂ ਖਾਲਸੇ ਪੰਥ ਦੀ ਰਾਖੀ ਗੁਰੂ ਕਾ ਅੰਮ੍ਰਿਤ ਕਰਦਾ। ਸਤਗੁਣ ਦਲ ਤੇ ਸਦਲ ਪਏ ਡਾਲ। ਤੇ ਸਤਗੁਣ ਸ਼੍ਰੇਸ਼ਟ ਗੁਣ ਰੂਪੀ ਇਹਨੂੰ ਫਿਰ ਪੱਤੇ ਲੱਗੇ ਹਨ। ਸਦਲ ਪਏ ਭੂਪ ਡਾਲ, ਤੇ ਫਿਰ ਬਹੁਤ ਜ਼ਿਆਦੀ ਇਹ ਵਾੜੀ ਖਿੜ ਗਈ ਹੈ ਤੇ ਰਾਜਿਆਂ ਰੂਪੀ ਸਿੱਖਾਂ ਦੇ ਵਿੱਚੋਂ ਜਿਹੜੇ ਰਾਜੇ ਪੈਦਾ ਹੋਏ, ਜਾਣੋ ਕਿ ਇਹ ਫੁੱਲ ਲੱਗੇ ਹਨ। ਭਜਨ ਕੁਸਮ ਫਲ ਗਿਆਨ ਤਤ ਕਾਲਸਾ। ਤੇ ਫਿਰ ਭਜਨ ਕਰਨਾ ਇਹ ਕੁਸਮ ਵਾਂਗੂ ਹੈ ਤੇ ਫਲ ਤਤ ਗਿਆਨ ਜਿਹੜਾ ਹੈ ਇਹ ਫਲ ਰੂਪੀ ਫਿਰ ਸਿੱਖਾਂ ਨੂੰ ਪ੍ਰਾਪਤ ਹੋਇਆ। ਪਰਮਤ ਖਾਲਸਾ। ਪਰਾਏ ਦੀ ਮਤ ਜਿਹੜੀ ਹੈ, ਭਾਵ ਕਿ ਵੈਰੀਆਂ ਦੀ ਮਤ ਨੂੰ ਖਾਲਸਾ ਕਾਲ ਰੂਪੀ ਪੈਂਦਾ। ਦਰਿਦ੍ਰ ਖਲ ਦਾਲਸਾ। ਤੇ ਦਲਿਦਰਤਾ ਨੂੰ ਨਾਸ਼ ਕਰਨ ਵਾਲਾ ਕੌਣ ਹੈ? ਗੁਰੂ ਕਾ ਖਾਲਸਾ। ਪ੍ਰਤਾਪ ਰੇਪ ਖਾਲਸਾ। ਸਤਿਗੁਰੂ ਮਹਾਰਾਜ ਜੀ ਦੇ ਪ੍ਰਤਾਪ ਦੇ ਨਾਲ ਵੈਰੀਆਂ ਦੀ ਘਾਲ ਕਰ ਦਿੰਦਾ, ਉਹਨਾਂ ਨੂੰ ਖਤਮ ਕਰ ਦਿੰਦਾ ਗੁਰੂ ਕਾ ਖਾਲਸਾ। ਕਲਪਤਰ ਖਾਲਸਾ। ਇਸ ਤਰ੍ਹਾਂ ਖਾਲਸਾ ਪੰਥ ਜਿਹੜਾ ਇਹ ਕਲਪਤਰ ਦੇ ਵਾਂਗੂ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪ੍ਰਗਟ ਹੋ ਰਿਹਾ। ਅੱਜ ਪਿਆਰਿਓ ਗੁਰੂ ਘਰ ਵੀ ਦੇਖੋ ਕਲਪਤਰ ਦੇ ਵਾਂਗੂ ਹੀ ਹਨ। ਕੋਈ ਬਿਮਾਰ ਆ ਜਾਵੇ ਉਹਦੇ ਵਾਸਤੇ ਹਸਪਤਾਲ ਦਾ ਪ੍ਰਬੰਧ ਹੈ। ਕੋਈ ਰਾਹਗੀਰ ਆ ਜਾਵੇ, ਆ ਭਾਈ ਤੂੰ ਆਇਆ ਤੇ ਚੱਲ, ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ। ਭੁੱਖਾ ਆ ਜਾਵੇ, ਲੰਗਰ ਦਾ ਪ੍ਰਬੰਧ ਹੈ।
ਤੇ ਕੋਈ ਪੜਨ ਦਾ ਜਿਗਿਆਸੂ ਹੈ ਉਹ ਆ ਜਾਵੇ ਗੁਰੂ ਘਰ ਦੇ ਵਿੱਚੋਂ। ਪੜਾਈ ਵੀ ਕਰਾਈ ਜਾਂਦੀ ਹੈ, ਸੰਸਾਰੀ ਪੜਾਈ ਵੀ ਉਹ ਵੀ ਪੜਾਈ ਜਾਂਦੀ ਹੈ। ਇਸ ਸੁਖੀ ਵਾਸਤੇ ਆ ਜਾਵੇ ਤੇ ਗੁਰੂ ਕਾ ਘਰ ਜਿਹੜਾ ਢਾਲ ਬਣ ਕਰਕੇ ਉਹਨਾਂ ਦੀ ਇੱਜ਼ਤ ਆਬਰੂ ਨੂੰ ਰੱਖਣ ਵਾਲਾ ਹੈ। ਇਸ ਤਰ੍ਹਾਂ ਅੱਜ ਵੀ ਦੇਖੋ ਇਹ ਖਾਲਸਾ ਪੰਥ ਗੁਰੂ ਘਰ ਜਿਹੜਾ ਕਲਪ ਬ੍ਰਿਸ਼ ਦੇ ਵਾਂਗੂ ਸੰਸਾਰ ਦੇ ਵਿੱਚ ਸਾਰਿਆਂ ਦਾ ਭਲਾ ਕਰ ਰਿਹਾ। ਆ ਪਿਆਰਿਓ ਬਿਮਾਰੀ ਕਰਕੇ ਲਾਕਡਾਊਨ ਲੱਗ ਗਿਆ, ਕਈ ਲੋਕ ਪਿਆਰਿਓ ਘਰ ਘਾੜ ਜਿਨ੍ਹਾਂ ਦੇ ਉਜੜ ਗਏ, ਖਾਣ ਪੀਣ ਦੇ ਜਿਨ੍ਹਾਂ ਨੂੰ ਲਾਲੇ ਪੈ ਗਏ ਸਨ, ਤੇ ਫਿਰ ਖਾਲਸੇ ਨੇ ਇਹੋ ਜਿਹੇ ਸਮੇਂ ਦੇ ਵਿੱਚ ਆਪਣਾ ਸਭ ਕੁਝ ਲੁਟਾ ਕਰਕੇ ਉਹਨਾਂ ਦੀ ਮਦਦ ਕਰਨੀ ਕੀਤੀ, ਕਿਉਂਕਿ ਇਹ ਦਾਤ ਸਤਿਗੁਰੂ ਮਹਾਰਾਜ ਜੀ ਨੇ ਦਿੱਤੀ ਹੈ। ਖਾਲਸੇ ਨੂੰ ਕਲਪਤਰ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਤਿਗੁਰੂ ਮਹਾਰਾਜ ਜੀ ਨੇ ਬਣਾਉਣਾ ਕੀਤਾ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अबनासी अघनास, है पूरन है सर्ब मैं, दुख भंजन गुण दास, हे संगी हे निरंकार, हे निर्गुण सब टेका, हे गोबिंद हे गुण निधान, जां कै सदा विवेक, हे अपरंपर हर हरे। है भी होवन हार, हे संतां कै सदा संग, निधारा आधार, हे ठाकुर हूँ दासरो, मैं निर्गुण गुण नहीं कोय, नानक दीजै नाम दान, राखों ही है परोए। आए प्रभ शरणागति, कृपा निध दयाल, एक अखर हर मन बसत, नानक होत निहाल। वाहिगुरु नाम जहाज है, चढ़ै सो उतरै पार, जो शरधा कर सेवंदे, गुर पार उतारण हार। कथा निता प्रत होत है, सुनहु सुसिंग सुजान, नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। एक ओंकार सतनाम करता पुरख, निरभउ निर्वैर अकाल मूरत, अजूनी सैभं गुर प्रसाद जप। आद सच जुगाद सच, है भी सच, नानक होसी भी सच। एक ओंकार सतनाम करता पुरख, निरभउ निर्वैर अकाल मूरत, अजूनी सैभं गुर प्रसाद जप। आद सच जुगाद सच, है भी सच, नानक होसी भी सच। एक ओंकार सतनाम करता पुरख, निरभउ निर्वैर अकाल मूरत, अजूनी सैभं गुर प्रसाद जप। आद सच जुगाद सच, है भी सच, नानक होसी भी सच। एक ओंकार सतनाम करता पुरख, निरभउ निर्वैर अकाल मूरत, अजूनी सैभं गुर प्रसाद जप। आद सच जुगाद सच, है भी सच, नानक होसी भी सच। एक ओंकार सतनाम करता पुरख, निरभउ निर्वैर अकाल मूरत, अजूनी सैभं गुर प्रसाद जप। आद सच जुगाद सच, है भी सच, नानक होसी भी सच। वाहो वाहो गोबिंद सिंह जी, वाहु वाहु गोबिंद सिंह जी। कलगियां वाले गोबिंद सिंह जी, कलगियां वाले गोबिंद सिंह जी। बाजां वाले गोबिंद सिंह जी, बाजां वाले गोबिंद सिंह जी। फौजां वाले गोबिंद सिंह जी, फौजां वाले गोबिंद सिंह जी। जोजी प्यारे गोबिंद सिंह जी। वाहो वाहो गोबिंद सिंह जी, वाहु वाहु गोबिंद सिंह जी। वाहो वाहो गोबिंद
ਗੋਬਿੰਦ ਸਿੰਘ ਜੀ। ਵਾਹੂ ਵਾਹੂ ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਾਤਾਂ ਆਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ